देखो पहली FIR च स्टेटमेंटा जस्टिस जोरा सिंह को स्टेटमेंटा जस्टिस रणजीत को स्टेटमेंटा फिर विजय प्रताप सिंह स्टेटमेंटा ते फिर एक नवी सिट आ जी ਉਹਦੇ ਕੋਲ स्टेटमेंटा केस ਤਾਂ कमजोर हो गया। ਜਿਹੜੇ ਵੀ ਕੋਈ ਬਣ ਗਏ ਉਹਨਾਂ ਦਾ ਵਕੀਲ ਕਹੂ ਵੀ ਉੱਥੇ ਤਾਂ ਤੂੰ ਐਂ ਕਹਿੰਦਾ ਸੀ ਹੁਣ ਇੱਥੇ ਐਂ ਕਹਿ ਰਿਹਾ ਕੇਸ ਤਾਂ ਡਾਊਟਫੁਲ ਹੋ ਗਿਆ ਬੈਨੀਫਿਟ ਆਫ ਡਾਊਟ ਮੁਲਜ਼ਮਾਂ ਨੂੰ ਕੇਸ ਤਾਂ ਨੋ ਡਾਊਟ ਇਹਨਾਂ ਨੇ ਖਰਾਬ ਕਰਤਾ ਬਹੁਤ ਜ਼ਿਆਦਾ ਕਮਜ਼ੋਰ ਕਰਤਾ। देखो जिहड़े बेअदबी का काज है बेअदबी पिछे साजिश किसी की भी हो सकती है किसी पोलीटिकल पार्टी की पोलीटिकल लीडर डेरा इनवॉल्व आया वो बैक से मे भी पॉसीबल वो इन्वेस्टिगेशन का काम है जिहड़ा ये कर नहीं रहे। कॉन्सपीरेसी दे विच कौन कौन शामिल ने ਉਹਦੇ जो मनतार बराड़ का जिक्र कर रहा है GGP सुमेश सैनी का सरदार प्रकाश सिंह बादल का जिक्र कर रहा है क्लीयर कट कर रहा है दे आर कॉन्सपीरेटर तो ये जो इन्होंने क्रिमिनल इंटेंशन है मैंसरिया शब्द उन्हें वरत रहा भी क्रिमिनल इंटेंशन है क्रिमिनल कॉन्सपीरेसी हुई 2019 ये फाइंडिंग दे के भी बंदे कॉन्सपीरेटर है तुसीं चलान पेश कर रहे हो उस तो बाद 19 तो बाद 20-21 आ जाता है तुसीं उन्हां दे खिलाफ उन्होंने तो अक्यूज़ड सूची च दर्ज नहीं कर रहे उन्होंने खिलाफ सैपरेट चलान नहीं पेश कर रहे कह रहे हो भी फर्दर इन्वेस्टिगेशन जारी है पर थोड़ी ये कदे मुक नहीं रही क्योंकि 2022 नेड़े आऊगा फिर ये असी सगूफा कढ़ांगे भी आ गल है। एक मुख्यमंत्री साहब ने एक होर गल कह दी है कि ये जुडिशियल जजमेंट नहीं है ये एक न्यायपालिका की जजमेंट नहीं है ये एक पोलीटिकल जजमेंट है कि पोलीटिकल जजमेंट्स कोर्ट दिंदियां हुंदियां ने। उमर विजय प्रताप से लगातार अटैक हो रहा कोर्ट च कि जी भी ये गुरदीप सिंह नूं दबाव बना रहा थी भी अप्रूवर बन जा गवाह बन जा सरकारी गवाह बन जा। पार्डन है जो राम रहीम नूं माफ़ी है अक्षय कुमार की शमूलीयत है ये सारिया चीज़ां जस्टिस रणजीत सिंह कमीशन की रिपोर्ट के विच दर्ज ने। जेकर कुंवर विजय प्रताप सिंह इन्हां तत्थां दे आधार के उत्ते जांच करते हैं तो इस बुराई की है एप्रीहेंशन ये ख्याली पलाव कित्थों आ गए। दुख की गल है भी ये जी है कले कुंवर विजय प्रताप वालों इन्वेस्टिगेशन की गई है तो कले वालों ही जोड़ा है वो सबमिट की गई चलान 173 की रिपोर्ट जो सरकार के नोटिस आ गया सीगा कि भी जी सिट बनाई गई है वो डिफरेंसिस ने आपस में तालमेल है नहीं ਇਹਦਾ ਉਸੇ ਸਮੇਂ ਸਰਕਾਰ ਦਾ ਇੰਟਰਫੇਅਰ ਕਰਨਾ ਬਣਦਾ ਸੀ ਜਾਂ ਤਾਂ ਸਿੱਟ ਦਾ ਸਰੂਪ ਬਦਲਣਾ ਸੀਗਾ ਸਿੱਟ ਦੇ ਆਫੀਸਰ ਬਦਲਨੇ ਸੀ ਇਹਦਾ ਕੋਈ ਇਲਾਜ ਕਰਨਾ ਸੀਗਾ ਜਿਹੜਾ ਜਲਦੀ ਡਿਲੇ ਨਾ ਹੁੰਦੀ ਤੇ ਜਸਟਿਸ ਲੋਕਾਂ ਨੂੰ ਮਿਲ ਜਾਂਦਾ। ਸਰਕਾਰ ਹੁਣ ਵੀ ਲਗਭਗ ਉਹੀ ਕੁਝ ਕਰ ਰਹੀ ਹੈ ਸਿਆਸੀ ਹੁਣ ਵੀ ਆਪਣਾ ਸਿਆਸੀ ਫਾਇਦਾ ਦੇਖ ਰਹੀ ਹੈ ਸਿਆਸੀ ਨਫਾ ਨੁਕਸਾਨ ਦੇਖ ਰਹੀ ਹੈ ਕਿ ਅੱਗੇ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣੀ ਹੈ ਜਾਂ ਸਿੱਟ ਜਿਹੜੀ ਹੈਗੀ ਆ ਦੁਬਾਰਾ ਗਠਿਤ ਕਰਨੀ ਹੈ। ਜੇ ਕੱਲ੍ਹ ਨੂੰ ਸੁਪਰੀਮ ਕੋਰਟ 'ਚ ਕੋਈ ਰਾਹਤ ਮਿਲਣ ਦੀ ਉਮੀਦ ਹੋਵੇ ਤੇ ਇਧਰਲੇ ਪਾਸੇ ਸਿੱਟ ਬਣ ਕੇ ਸਿੱਟ ਕੰਮ ਕਰਨ ਲੱਗ ਪਏ ਤਾਂ ਸੁਪਰੀਮ ਕੋਰਟ ਦਾ ਇਹ ਵੀ ਕਹਿ ਸਕਦਾ ਹੈ ਕਿ ਤੁਸੀਂ ਤਾਂ ਹਾਈ ਕੋਰਟ ਦਾ ਫੈਸਲਾ ਮੰਨੀ ਬੈਠੇ ਹੋ ਤਾਂ ਸੁਪਰੀਮ ਕੋਰਟ 'ਚ ਆਉਣ ਦੀ ਕੀ ਲੋੜ ਸੀ ਤੁਹਾਨੂੰ। ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦਾ ਮਾਹੌਲ ਇਸ ਵਕਤ ਰਾਜਨੀਤਿਕ ਮਾਹੌਲ ਬੜਾ ਗਰਮਾਇਆ ਹੋਇਆ ਹੈ ਖਾਸ ਕਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਜੋ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸੀ ਉਹਦੇ ਬਾਰੇ ਜੋ ਤਾਜ਼ਾ ਜਜਮੈਂਟ ਆਈ ਹੈ ਉਸ ਤੋਂ ਬਾਅਦ ਭਾਵੇਂ ਜਜਮੈਂਟ ਤਾਂ ਹਾਈ ਕੋਰਟ ਦੀ ਹੈ ਪਰ ਸਰਕਾਰ ਦੀ ਜਿਹੜੀ ਹੈਗੀ ਸਥਿਤੀ ਹੈ ਉਹ ਬੜੀ ਪੇਚੀਦਾ ਬਣੀ ਹੋਈ ਹੈ। ਪੰਜਾਬ ਦਾ ਰਾਜਨੀਤਿਕ ਮਾਹੌਲ ਜਿਹੜਾ ਹੈਗਾ ਮੁੜ ਕੇ ਇੱਕ ਵਾਰ ਫਿਰ ਸਾਨੂੰ ਯਾਦ ਕਰਾ ਰਿਹਾ ਸਾਲ 2015 ਦੀਆਂ ਉਹ ਘਟਨਾਵਾਂ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਪੋਸਟਰ ਲੱਗਦੇ ਨੇ ਪੱਤਰੇ ਮਿਲਦੇ ਨੇ ਉਸ ਤੋਂ ਬਾਅਦ ਇਨਸਾਫ ਮੋਰਚਾ ਲੱਗਦਾ ਹੈ ਗੋਲੀਆਂ ਚੱਲਦੀਆਂ ਨੇ ਬੰਦੇ ਮਰਦੇ ਨੇ ਲੋਕ ਫੱਟੜ ਹੁੰਦੇ ਨੇ ਜਾਂ ਉਸ ਤੋਂ ਬਾਅਦ ਫਿਰ ਪੰਜਾਬ 'ਚ ਇਲੈਕਸ਼ਨ ਆ ਗਈ ਸੀ 2017 ਦੀ ਤੇ ਦੁਬਾਰਾ ਫਿਰ ਚੋਣ ਵਰ੍ਹਾ ਸ਼ੁਰੂ ਹੋ ਗਿਆ ਹੈ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣੀਆਂ ਲਗਭਗ ਤੈਅ ਨੇ। ਪਰ ਇਹ ਜੋ ਹਾਈ ਕੋਰਟ ਦੀ ਜਜਮੈਂਟ ਹੈ ਇਹਦੇ ਮਾਇਨੇ ਕੀ ਨੇ ਜੇਕਰ ਸਰਕਾਰ ਇਹਨੂੰ ਮੰਨਦੀ ਹੈ ਤਾਂ ਭਵਿੱਖ ਵਿੱਚ ਕੀ ਨਤੀਜਾ ਨਿਕਲੇਗਾ ਜੇ ਸਰਕਾਰ ਇਹਨੂੰ ਚੁਣੌਤੀ ਦਿੰਦੀ ਹੈ ਤਾਂ ਕੀ ਹੋਏਗਾ ਜਾਂ ਬਰੀਕੀਆਂ ਕੀ ਨੇ ਇਸ ਜਜਮੈਂਟ ਦੀਆਂ ਦੂਰ ਪ੍ਰਭਾਵ ਜਿਹੜੇ ਨੇ ਉਹ ਕੀ ਨੇ ਜਿਹੜੇ ਪੈਣਗੇ ਜਿਹੜੇ ਲੰਮੇ ਸਮੇਂ ਪ੍ਰਭਾਵ ਪੈਣਗੇ ਇਸ ਕੇਸ ਦੇ ਉੱਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੰਜਾਬ ਦੀ ਪੰਥਕ ਰਾਜਨੀਤੀ ਦੇ ਉੱਤੇ। ਇਸ ਮੁੱਦੇ ਤੇ ਗੱਲਬਾਤ ਕਰਨ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ ਨਾਮਵਰ ਵਕੀਲ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਉਹਨਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਤੇ ਅਸੀਂ ਇੱਕ ਤਰ੍ਹਾਂ ਨਾਲ ਪੁਣਛਾਣ ਕਰਾਂਗੇ ਨਿਰੀਖਣ ਕਰਾਂਗੇ ਇਸ ਪੂਰੀ ਜਜਮੈਂਟ ਦਾ ਪੰਜਾਬ ਦੀ ਰਾਜਨੀਤਿਕ ਜੋ ਸਥਿਤੀ ਹੈ ਉਸ ਦੀ ਬੈਕਡ੍ਰੌਪ 'ਚ ਰੱਖਦੇ ਹੋਏ। ਜੋਸ਼ੀ ਸਾਹਿਬ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ। ਜੋਸ਼ੀ ਸਾਹਿਬ ਪਹਿਲਾ ਸਵਾਲ ਮੇਰਾ ਇਹ ਹੈ ਕਿ ਇਹ ਜਜਮੈਂਟ ਜੋ ਹੈ ਇਹ ਇਸ ਕੇਸ ਦੇ ਉੱਤੇ ਕੀ ਪ੍ਰਭਾਵ ਪਾ ਰਹੀ ਹੈ ਜੋ ਜਾਂਚ ਹੈ ਸਾਰੀ
ਸਭ ਤੋਂ ਪਹਿਲਾ ਪ੍ਰਭਾਵ ਤਾਂ ਇਹੀ ਹੈ ਵੀ ਜਿੱਥੋਂ ਸ਼ੁਰੂ ਹੋਇਆ ਸੀ 2015 ਚ ਅਸੀਂ ਉੱਥੇ ਆ ਗਏ। ਠੀਕ ਹੈ। ਦੂਜਾ ਪ੍ਰਭਾਵ ਇਹ ਹੈ ਵੀ ਲੋਕਾਂ ਨੂੰ ਜਿਹੜੀ ਮਾਯੂਸੀ ਪੈਦਾ ਹੋ ਗਈ ਇਹਦੇ ਨਾਲ। ਲੋਕਾਂ ਨੂੰ ਉਮੀਦ ਸੀ ਕਿ ਵੀ ਇਨਸਾਫ ਮਿਲੂ, ਅੱਜ ਮਿਲੂ। ਹਾਲਾਂਕਿ ਨੋ ਡਾਊਟ ਬਹੁਤ ਸਾਰੀ ਡਿਲੇ ਹੋਈ, ਡਰੈਗ ਹੋ ਕੇ ਇਹ ਕਾਫੀ 2021 ਆ ਗਿਆ। 2019 ਚ ਇਹਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਸਬਮਿਟ ਕਰਤੀ ਸੀਗੀ। ਉਸ ਤੋਂ ਬਾਅਦ ਜਿਹੜਾ 2018 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਪਾ ਕੇ ਉਹ CBI ਤੋਂ ਵਾਪਸ ਲਏ ਸੀ, ਨਵੀਆਂ ਸਿੱਟਾਂ ਕੌਂਸਟੀਟਿਊਟ ਹੋਈਆਂ। ਅਤੇ ਉਸ ਤੋਂ ਬਾਅਦ ਜਿਹੜੇ ਪੁਲਿਸ ਅਫਸਰ ਨੇ ਚਰਨਜੀਤ ਸਿੰਘ ਵਗੈਰਾ ਨੇ ਉਹ ਵਿਧਾਨ ਸਭਾ ਦੇ ਰੈਜ਼ੋਲੂਸ਼ਨ ਨੂੰ ਚੈਲੰਜ ਕੀਤਾ ਸੀਗਾ, ਉਹ ਹਾਈ ਕੋਰਟ ਨੇ ਡਿਕਲਾਈਨ ਕਰਤਾ ਸੀਗਾ। ਇਹ ਗੁਰਦੀਪ ਸਿੰਘ ਜਿਹੜਾ ਉਸ ਸਮੇਂ ਕੋਟਕਪੂਰੇ SHO ਸੀਗਾ, ਜਿਹਦੇ ਸਮੇਂ ਕੋਟਕਪੂਰਾ 'ਚ ਗੋਲੀकांड ਹੋਇਆ, ਇਹਨੇ FIR ਦਰਜ ਕਰੀ ਸੀ 192 ਤੇ ਇਸ ਤੋਂ ਬਾਅਦ ਇਹਨਾਂ ਨੇ ਉੱਥੇ ਕੁਝ ਇੰਜਰਡ ਪੁਲਿਸ ਅਫਸਰਾਂ ਦੇ ਸਟੇਟਮੈਂਟ ਰਿਕਾਰਡ ਕੀਤੇ ਤੇ ਕੁਝ ਪ੍ਰੋਟੈਸਟਰਾਂ ਨੂੰ ਅਰੈਸਟ ਕੀਤਾ ਸੀ, ਉਹਨਾਂ ਤੋਂ ਕੁਝ ਰਿਕਵਰੀਆਂ ਕੀਤੀਆਂ ਸੀ, ਕੁਝ ਦੇ ਮੈਡੀਕਲ ਐਵੀਡੈਂਸ ਤੇ ਪੁਲਿਸ ਅਫਸਰਾਂ ਦੇ। ਬਾਅਦ 'ਚ ਜਦੋਂ ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਮੌਜੂਦਾ ਸਰਕਾਰ ਨੇ ਅਪਾਇੰਟ ਕੀਤਾ, ਉਹਦੇ ਕੋਲੇ ਕੁਝ ਹੋਰ ਵੱਖਰੀ ਕਿਸਮ ਦਾ ਕੁਝ ਉਸ ਤੋਂ ਟੋਨ ਵੱਖਰੀ ਸੀਗੀ ਐਵੀਡੈਂਸ ਦੀ। ਕੁਝ ਐਫੀਡੈਵਿਟ ਸਬਮਿਟ ਹੋਏ ਜਿਹਦੇ ਵਿੱਚ ਅਜੀਤ ਸਿੰਘ ਵੱਲੋਂ ਐਫੀਡੈਵਿਟ ਸਬਮਿਟ ਹੋਇਆ, ਜਿਹੜਾ ਖੁਦ ਇੰਜਰਡ ਸੀਗਾ, ਉਹ ਜਿਹਦੇ ਤੇ ਗਨ ਫਾਇਰ ਲੱਗਿਆ ਹੋਇਆ ਜਿਹਦੇ। ਤਾਂ ਉਹ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਸ ਦੇ ਐਵੀਡੈਂਸ ਨੂੰ ਧਿਆਨ 'ਚ ਦੇਖਦੇ ਹੋਏ ਰਿਕਮੈਂਡੇਸ਼ਨ ਕਰਤੀ ਵੀ ਇਹਦੀ ਸੈਪਰੇਟ FIR ਹੋਣੀ ਚਾਹੀਦੀ ਹੈ ਜੀ। ਤਾਂ ਇਹ ਜਦੋਂ ਗੁਰਦੀਪ ਸਿੰਘ ਜਿਹੜਾ ਉਸ ਸਮੇਂ ਕੰਪਲੇਨੈਂਟ ਦੀ ਉਸ FIR 'ਚ ਇਸੇ ਇੰਸੀਡੈਂਟ ਦੀ ਆਪਣਾ ਇਹ ਰਿਕਮੈਂਡੇਸ਼ਨ ਕਰਕੇ ਨਵੀਂ FIR 129 2018 'ਚ ਦਰਜ ਹੋਈ, ਜਿਹਦੇ ਵਿੱਚ ਨਵੀਂ ਸਿੱਟ ਬਣਾਈ ਗਈ, ਜਿਹਦੇ ਵਿੱਚ ਮੇਰੇ ਖਿਆਲ 5 ਸੀਗੇ ਆਫੀਸਰਸ। ਦੁੱਖ ਦੀ ਗੱਲ ਇਹ ਹੈ ਵੀ ਇਹ ਜਿਹੜੀ ਹੈਗੀ ਆ ਇਕੱਲੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ ਅਤੇ ਇਕੱਲੇ ਵੱਲੋਂ ਹੀ ਜਿਹੜਾ ਹੈਗਾ ਉਹ ਸਬਮਿਟ ਕੀਤੀ ਗਈ ਚਲਾਨ 173 ਦੀ ਰਿਪੋਰਟ। ਅਤੇ ਜਦੋਂ ਸਰਕਾਰ ਦੇ ਨੋਟਿਸ 'ਚ ਆ ਗਿਆ ਸੀਗਾ ਕਿ ਵੀ ਜਿਹੜੀ ਸਿੱਟ ਬਣਾਈ ਗਈ ਹੈ ਉਹਦੇ ਵਿੱਚ ਡਿਫਰੈਂਸਿਸ ਨੇ, ਆਪਸ 'ਚ ਤਾਲਮੇਲ ਹੈ ਨਹੀਂ, ਇਹਦਾ ਉਸੇ ਸਮੇਂ ਸਰਕਾਰ ਦਾ ਇੰਟਰਫੀਅਰ ਕਰਨਾ ਬਣਦਾ ਸੀ। ਜਾਂ ਤਾਂ ਸਿੱਟ ਦਾ ਸਰੂਪ ਬਦਲਣਾ ਸੀਗਾ, ਸਿੱਟ ਦੇ ਆਫੀਸਰ ਬਦਲਣੇ ਸੀ, ਇਹਦਾ ਕੋਈ ਇਲਾਜ ਕਰਨਾ ਸੀਗਾ ਜਿਹੜਾ ਜਲਦੀ ਡਿਲੇ ਨਾ ਹੁੰਦੀ ਅਤੇ ਜਸਟਿਸ ਲੋਕਾਂ ਨੂੰ ਮਿਲ ਜਾਂਦਾ। ਪਰ ਜੋ ਹੁਣ ਇਸ ਵੇਲੇ ਸਰਕਾਰ ਜੋ ਹਾਈ ਕੋਰਟ ਦੀ ਜਜਮੈਂਟ ਆਉਣ ਤੋਂ ਬਾਅਦ ਜੋ ਸਰਕਾਰ ਇੱਕ ਤਾਂ ਫੈਸਲਾ ਨਹੀਂ ਕਰ ਪਾ ਰਹੀ ਕਿ ਸਰਕਾਰ ਨੇ ਕਰਨਾ ਕੀ ਹੈ, ਕਿਉਂਕਿ ਸਰਕਾਰ ਲਈ ਆਪਣੇ ਸਿਆਸੀ ਮੰਤਵ ਜ਼ਰੂਰੀ ਨੇ। ਸੋਮਵਾਰ ਦੀ ਜਿਹੜੀ ਪੰਜਾਬ ਵਜ਼ਾਰਤ ਦੀ ਬੈਠਕ ਹੋਈ ਆ ਉਸ 'ਚ ਵੀ ਐਡਵੋਕੇਟ ਜਨਰਲ ਨੇ ਇੱਕ ਤਰ੍ਹਾਂ ਨਾਲ ਸਾਨੂੰ ਜੋ ਪਤਾ ਲੱਗਿਆ ਸੀ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੂੰ, ਖਾਸ ਕਰ ਕੁਝ ਚੋਟੀ ਦੇ ਮੰਤਰੀਆਂ ਨੂੰ, ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਮੂੰਹ ਦੇ ਉੱਤੇ ਹੀ ਕਹਿ ਦਿੱਤਾ ਸੀ ਕਿ ਤੁਸੀਂ ਇਸ 'ਚੋਂ ਸਿਆਸੀ ਲਾਹਾ ਖੱਟਣਾ ਚਾਹੁੰਦੇ ਸੀ, ਇਸ ਕਰਕੇ ਕੇਸ ਨੂੰ ਸਿਆਸੀ ਤੇ ਨਾਟਕੀ ਜਿਹੜਾ ਮੋੜ ਦਿੱਤਾ ਗਿਆ, ਮਜਬੂਰੀ ਵਸ ਸਿੱਧਾ ਪੱਧਰਾ ਕੇਸ ਕੋਰਟ ਦੇ ਵਿੱਚ ਨਹੀਂ ਲੜਨ ਦਿੱਤਾ। ਤੁਸੀਂ ਸਿਆਸੀ ਰੋਟੀਆਂ ਸੇਕਣੀਆਂ ਸੀ, ਆਪਣੀਆਂ ਸਿਆਸੀ ਜੋ ਮੰਤਵ ਸੀ ਉਹਨਾਂ ਦੀ ਪੂਰਤੀ ਕਰਨੀ ਸੀ। ਦੇਖੀਏ ਸਰਕਾਰ ਹੁਣ ਵੀ ਲਗਭਗ ਉਹੀ ਕੁਝ ਕਰ ਰਹੀ ਹੈ। ਹੁਣ ਵੀ ਆਪਣਾ ਸਿਆਸੀ ਫਾਇਦਾ ਦੇਖ ਰਹੀ ਹੈ, ਸਿਆਸੀ ਨਫਾ ਨੁਕਸਾਨ ਦੇਖ ਰਹੀ ਹੈ ਕਿ ਅੱਗੇ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣੀ ਹੈ ਜਾਂ ਸਿੱਟ ਜਿਹੜੀ ਹੈਗੀ ਆ ਦੁਬਾਰਾ ਗਠਿਤ ਕਰਨੀ ਹੈ, ਜਾਂ ਫਿਰ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਗੱਲ ਕਹਿ ਦਿੱਤੀ ਹੈ ਕਿ ਇਹ ਜੁਡੀਸ਼ੀਅਲ ਜਜਮੈਂਟ ਨਹੀਂ ਹੈ, ਇਹ ਇੱਕ ਨਿਆਂਪਾਲਿਕਾ ਦੀ ਜਜਮੈਂਟ ਨਹੀਂ ਹੈ, ਇਹ ਇੱਕ ਪੋਲੀਟੀਕਲ ਜਜਮੈਂਟ ਹੈ। ਕੀ ਪੋਲੀਟੀਕਲ ਜਜਮੈਂਟਸ ਕੋਰਟ ਦਿੰਦੀਆਂ ਹੁੰਦੀਆਂ ਨੇ? ਦੇਖੋ ਗੱਲ ਇਹ ਹੈ ਬਈ ਇਹ ਜਿਹੜੀ ਜਜਮੈਂਟ ਹੈ ਨੋ ਡਾਊਟ ਇਹ ਡਿਬੇਟੇਬਲ ਹੈ, ਬਹਿਸ ਦਾ ਵਿਸ਼ਾ ਹੈ। ਸਾਡਾ ਜਿਹੜਾ ਲਾਅ ਦਾ ਸਿਸਟਮ ਹੈ ਆਮ ਤੌਰ ਤੇ ਹਾਈ ਕੋਰਟ ਨੇ ਬਹੁਤ ਸਾਰੀਆਂ ਜਜਮੈਂਟਾਂ ਕਿਹਾ ਹੈ ਕਿ ਵੀ ਵਿਲ ਨਾਟ ਇੰਟਰਫੀਅਰ ਇਨ ਇਨਵੈਸਟੀਗੇਸ਼ਨ, ਐਪਰੀਸ਼ੀਏਸ਼ਨ ਆਫ ਐਵੀਡੈਂਸ ਇਜ਼ ਦਾ ਡਿਊਟੀ ਆਫ ਟ੍ਰਾਇਲ ਕੋਰਟ। ਟ੍ਰਾਇਲ ਕੋਰਟ ਦੇਖੇਗਾ ਜੇ ਕੋਈ ਡਿਫਰੈਂਸ ਆ ਗਿਆ ਸਟੇਟਮੈਂਟਾਂ 'ਚ ਕਿ ਵੀ ਜਿਹੜੀ ਪਹਿਲਾ FIR ਸੀ ਗੁਰਦੀਪ ਸਿੰਘ ਉਹਨਾਂ ਨੇ ਜਿਹਦੇ 'ਚ 161 ਦੇ ਵਿਟਨੈਸ ਦੇ ਸਟੇਟਮੈਂਟ ਰਿਕਾਰਡ ਕੀਤੇ, ਉਹ ਕੋਈ ਵਰਸ਼ਨ ਹੋਰ ਹੈ। ਉਸੇ ਵਿਟਨੈਸ ਦਾ ਜਦੋਂ ਜਸਟਿਸ ਰਣਜੀਤ ਸਿੰਘ ਕੋਲੇ ਉਸ ਵਿਟਨੈਸ ਨੇ ਗਵਾਹੀ ਦਿੱਤੀ ਉਹਦੇ 'ਚ ਥੋੜ੍ਹਾ ਡਿਫਰੈਂਟ ਹੈ। ਅਤੇ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਕਾਰਡ ਕੀਤੇ ਐਜ ਜਿਹੜਾ ਹੈਗਾ IO ਤਾਂ ਉਹਦੇ ਵਿੱਚ ਥੋੜ੍ਹਾ ਫਰਕ ਆ ਗਿਆ, ਜਿਹੜਾ ਹਾਈ ਕੋਰਟ ਦੇ ਆਰਡਰ 'ਚ ਵੀ ਜ਼ਿਕਰ ਆਉਂਦਾ। ਹਾਈ ਕੋਰਟ ਨੇ ਵੀ ਆਬਜ਼ਰਵੇਸ਼ਨਾਂ ਦਿੱਤੀਆਂ ਨੇ ਵੀ ਪਰਫੰਕਟਰੀ ਤੌਰ 'ਤੇ ਇਨਵੈਸਟੀਗੇਸ਼ਨ ਕਰ ਰਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ, ਹਾਈਪੋਥੀਸਿਸ ਕਲਪਨਾਵਾਂ ਦੇ ਆਧਾਰ 'ਤੇ ਵਿਦਆਊਟ ਠੋਸ ਐਵੀਡੈਂਸ ਕਲੈਕਟ ਕੀਤੇ ਇਹ ਚੀਜ਼ ਹੋ ਰਹੀ ਹੈ। ਅਤੇ ਉਹਦੇ ਵਿੱਚ ਪੋਲੀਟੀਕਲ ਏਜੰਡੇ ਦੀ ਵੀ ਗੱਲ ਆਉਂਦੀ ਹੈ। ਉਹ ਕਾਰਨ ਕਿਉਂ ਆਈ ਗੱਲ, ਉਹਦਾ ਕੋਰਟ ਨੇ ਇਹ ਕੰਸੀਡਰ ਕੀਤਾ ਵੀ ਜਿਹੜਾ ਇਨਵੈਸਟੀਗੇਸ਼ਨ ਕਰਦੇ 6 ਪੁਲਿਸ ਅਫਸਰਾਂ ਦੇ ਖਿਲਾਫ ਤੁਸੀਂ ਚਲਾਨ ਪੇਸ਼ ਕਰ ਰਹੇ ਹੋ,
ਉਸ ਚਲਾਨ ਦੇ ਵਿੱਚ ਜਿਹੜਾ ਫਰਵਰੀ 2019 ਨੂੰ ਤਿਆਰ ਹੈ, 23/5/2019 ਨੂੰ ਉਹ ਤੇ ਸਾਈਨ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੀਤੇ ਜਾਂਦੇ ਨੇ ਜਾਂ ਕਰਵਾਏ ਜਾਂਦੇ ਨੇ ਜੀ। ਉਸ ਸਮੇਂ ਗੱਲ ਆਉਂਦੀ ਹੈ ਵੀ ਉਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਸੀਗਾ ਜੀ। ਹਾਲਾਂਕਿ ਕੋਰਟ ਨੇ ਇਹ ਜਿਹੜੀ ਗੁਰਦੀਪ ਸਿੰਘ ਹੋਰਾਂ ਦੀ ਗੱਲ ਨਹੀਂ ਮੰਨੀ ਕਿ ਵੀ ਹੀ ਵਾਜ਼ ਨਾਟ ਮੈਂਬਰ ਆਫ ਸਿਟ ਐਟ ਦੈਟ ਟਾਈਮ, ਵੀ ਉਹ ਨਹੀਂ ਕੈਪੇਬਲ ਸੀ ਟੂ ਫਾਈਲ ਦੀ ਚਲਾਨ, ਤੇ ਪਰ ਇਸ ਚੀਜ਼ ਨੂੰ ਤਾਂ ਇਗਨੋਰ ਕਰਤਾ। ਪਰ ਗੱਲ ਇਹ ਹੈ ਵੀ ਕੋਰਟ ਨੇ ਇਹ ਚੀਜ਼ ਜ਼ਰੂਰ ਦੇਖੀ ਵੀ ਉਹਦੇ ਵਿੱਚ ਇਨਵੈਸਟੀਗੇਸ਼ਨ 'ਚੋਂ ਕਲੀਅਰ ਕੱਟ ਐਸਟੈਬਲਿਸ਼ ਕਰਕੇ ਬਿਨਾਂ ਐਵੀਡੈਂਸ ਤੋਂ ਇਹ ਕਹਿ ਰਿਹਾ ਹੈ ਜੀ ਕਿ ਵੀ ਇਹ ਕੌਨਸਪੀਰੇਸੀ ਦੇ ਵਿੱਚ ਕੌਣ ਸ਼ਾਮਲ ਨੇ ਜੀ। ਉਹਦੇ ਜੋ ਮਨਤਾਰ ਬਰਾੜ ਦਾ ਜ਼ਿਕਰ ਕਰ ਰਿਹਾ, GGP ਸਮੇਤ ਸੈਣੀ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰ ਰਿਹਾ, ਕਲੀਅਰ ਕੱਟ ਕਰ ਰਿਹਾ ਦੇ ਆਰ ਕੌਨਸਪੀਰੇਟਰ। ਤੇ ਇਹ ਜਿਹੜਾ ਇਹਨਾਂ ਦੇ ਕ੍ਰਿਮੀਨਲ ਇੰਟੈਂਸ਼ਨ ਹੈ, ਮੈਂਸਰੀਆ ਸ਼ਬਦ ਉਹਨੇ ਵਰਤ ਰਿਹਾ ਵੀ ਕ੍ਰਿਮੀਨਲ ਇੰਟੈਂਸ਼ਨ ਹੈ, ਇਹ ਕ੍ਰਿਮੀਨਲ ਕੌਨਸਪੀਰੇਸੀ ਹੋਈ ਜੀ। ਤੇ ਕੋਰਟ ਨੇ ਕਿਹਾ ਵੀ ਕਾਲ ਡਿਟੇਲ ਕਮਿਊਨੀਕੇਸ਼ਨ ਇੱਕ CM ਦਾ ਕੰਮ ਹੈ, DGP ਨੂੰ ਜੇ ਕਿਤੇ ਹਾਲਾਤ ਖਰਾਬ ਨੇ ਉਹਨੂੰ ਦਿਸ਼ਾ ਨਿਰਦੇਸ਼ ਦੇਣੇ, ਹਾਊ ਟੂ ਹੈਂਡਲ ਦੀ ਸਿਚੁਏਸ਼ਨ। ਤੇ ਇਹ ਮੇਰਾ ਨਿੱਜੀ ਵਿਊ ਹੈ ਬਈ ਦੇਖੋ ਜਿਹੜੇ ਬੇਅਦਬੀ ਦਾ ਕਾਜ ਹੈ, ਬੇਅਦਬੀ ਪਿੱਛੇ ਸਾਜ਼ਿਸ਼ ਕਿਸੇ ਦੀ ਵੀ ਹੋ ਸਕਦੀ ਹੈ, ਕਿਸੇ ਪੋਲੀਟੀਕਲ ਪਾਰਟੀ ਦੀ ਹੈ, ਤੇ ਸਾਜ਼ਿਸ਼ ਹੀ ਹੈ, ਜਾਣਬੁੱਝ ਕੇ ਤਾਂ ਬੇਅਦਬੀ ਕਰੇਗਾ ਨਹੀਂ। ਤੇ ਉਹਦੇ ਵਿੱਚ ਡੇਰਾ ਇਨਵੋਲਵ ਆਇਆ, ਉਹਦੇ ਬੈਕ ਤੇ ਮੇ ਵੀ ਪੋਸੀਬਲ, ਉਹ ਇਨਵੈਸਟੀਗੇਸ਼ਨ ਦਾ ਕੰਮ ਹੈ ਜਿਹੜਾ ਇਹ ਕਰ ਨਹੀਂ ਰਹੇ। ਇਹ ਫਾਇਰਿੰਗ ਦੇ ਜਿਹੜਾ ਇਨਸੀਡੈਂਟ ਹੈ ਕੋਟਕਪੂਰੇ ਵਾਲਾ, ਇਹ ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਵੀ ਇਹਦੇ ਵਿੱਚ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਬਾਦਲ ਹੋਰਾਂ ਨੂੰ ਵਿੱਚ ਲਿਆ ਕੇ ਡਰੈਗ ਕਰਕੇ ਕੌਨਸਪੀਰੇਟਰ ਬਣਾਉਣ ਦੀ, ਉਹ ਜਿਹੜੀ ਗਲਤ ਹੈ। ਆਮ ਤੌਰ ਤੇ ਹੁੰਦਾ ਕੀ ਹੈ, ਜਿਸ ਕਰਕੇ ਕੋਰਟ ਨੂੰ ਜਿਹੜਾ ਹੈਗਾ ਸਖਤ ਟਿੱਪਣੀਆਂ ਕਰਨੀਆਂ ਪੈਂਦੀਆਂ। ਪੋਲੀਟੀਕਲ ਏਜੰਡਾ ਇੱਕ ਤਾਂ ਤੁਸੀਂ 2019 ਚ ਇਹ ਫਾਈਂਡਿੰਗ ਦੇ ਕੇ ਵੀ ਆਹ ਬੰਦੇ ਕੌਨਸਪੀਰੇਟਰ ਨੇ, ਤੁਸੀਂ ਚਲਾਨ ਪੇਸ਼ ਕਰ ਰਹੇ ਹੋ, ਉਸ ਤੋਂ ਬਾਅਦ 19 ਤੋਂ ਬਾਅਦ 20-21 ਆ ਜਾਂਦਾ, ਤੁਸੀਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਤਾਂ ਅਕਿਊਜ਼ਡ ਸੂਚੀ 'ਚ ਦਰਜ ਨਹੀਂ ਕਰ ਰਹੇ, ਉਹਨਾਂ ਦੇ ਖਿਲਾਫ ਸੈਪਰੇਟ ਚਲਾਨ ਨਹੀਂ ਪੇਸ਼ ਕਰ ਰਹੇ, ਕਹਿ ਰਹੇ ਹੋ ਵੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਪਰ ਤੁਹਾਡੀ ਇਹ ਕਦੇ ਮੁੱਕ ਨਹੀਂ ਰਹੀ, ਕਿਉਂਕਿ 2022 ਨੇੜੇ ਆਊਗਾ, ਫਿਰ ਇਹ ਅਸੀਂ ਸਗੂਫਾ ਕੱਢਾਂਗੇ ਵੀ ਆਹ ਗੱਲ ਹੈ। ਠੋਸ ਕੋਈ ਚੀਜ਼ ਹੈ ਨਹੀਂ। ਇਹਦਾ ਮਤਲਬ ਕਿ ਐਡਵੋਕੇਟ ਜਨਰਲ, ਮੇਰਾ ਕਹਿਣ ਤੋਂ ਭਾਵ ਹੈ, ਇੱਕ ਮਿੰਟ ਤੁਹਾਡੀ ਗੱਲ ਵਿੱਚ ਹੀ ਹੈ ਵੀ ਤੁਸੀਂ ਦੇਖੋ ਕੌਨਸਪੀਰੇਟਰ ਨੋ ਡਾਊਟ ਵੀ ਕੌਨਸਪੀਰੇਸੀਆਂ ਬੰਦ ਕਮਰਿਆਂ 'ਚ ਹੁੰਦੀਆਂ ਨੇ, ਤੇ ਨੋ ਡਾਊਟ ਟਰਾਂਸਮਿਸ਼ਨ ਜਿਹੜਾ ਥਾਟਸ ਦਾ ਕੌਨਸਪੀਰੇਸੀ ਕੈਨ ਵੀ ਦੇਅਰ, ਟੈਲੀਫੋਨ ਤੇ ਕੋਈ ਦਿਸ਼ਾ ਨਿਰਦੇਸ਼ ਦੇਤਾ। ਪਰ ਕੋਰਟ ਜਦੋਂ ਇਹਨੂੰ ਐਗਜ਼ਾਮਿਨ ਕਰਦੀ ਹੈ ਤਾਂ ਕੋਰਟ ਇਹ ਵੀ ਦੇਖਦੀ ਹੈ ਵੀ ਉਹ ਬੰਦਾ ਜਿਹੜਾ ਜਿਹਨੂੰ ਤੁਸੀਂ ਕੌਨਸਪੀਰੇਟਰ ਗਰਦਾਨ ਰਹੇ ਹੋ, ਉਹਨੂੰ ਫਾਇਦਾ ਕੀ ਹੈ ਇਸ ਗੱਲ ਦਾ, ਉਹਦਾ ਮੋਟਿਵ ਕੀ ਹੈ, ਉਹਦਾ ਉਦੇਸ਼ ਕੀ ਪੂਰਤੀ ਹੋ ਰਹੀ ਹੈ। ਹੁਣ ਇੱਥੇ CM ਜਿੱਥੇ ਆਲਰੇਡੀ ਬੇਅਦਬੀ ਕਰਕੇ ਉਹਦੇ ਹਲਕੇ ਦੇ ਨੇੜੇ ਜਾਂ ਉਹਦੇ MLA ਦੇ ਹਲਕੇ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੋਈ ਪਈ ਹੈ, ਲੋਕ ਸੜਕਾਂ ਤੇ ਉਤਰੇ ਪਏ ਨੇ ਤੇ ਸਰਕਾਰ ਸੰਕਟ 'ਚ ਆ ਜਾਂਦੀ ਹੈ, ਤੇ CM ਉਹਨੂੰ ਕੋਈ ਵੀ ਬੰਦੇ ਵੀ ਮਾਰ ਦਿਓ ਤੁਸੀਂ ਜਾ ਕੇ, ਇਹ ਥੋੜੀ ਕਹਿ ਸਕਦਾ। ਇਹ ਕੀ ਹੋਇਆ, ਜਦੋਂ ਪ੍ਰੋਟੈਸਟਰ ਆਉਂਦੇ ਨੇ, ਪ੍ਰੋਟੈਸਟ ਕਰਦੇ ਨੇ, ਉੱਥੇ ਆਲਰੇਡੀ ਹਾਲਾਤ ਨੂੰ ਦੇਖਦੇ ਡਿਪਟੀ ਕਮਿਸ਼ਨਰ ਨੇ 144 CRPC ਇੰਪੋਜ਼ ਕਰਤੀ ਸੀ, ਉਹਦੇ ਵਿੱਚ ਉਹਦੀ ਵਰਡਿੰਗ ਤੇ ਡਿਪੈਂਡ ਕਰਦਾ ਵੀ ਉਹ 5 ਬੰਦਿਆਂ ਤੋਂ ਵੱਧ ਇਕੱਠ ਨਹੀਂ ਹੋ ਸਕਦਾ। ਹੁਣ ਪੁਲਿਸ ਨੂੰ ਚਾਹੀਦਾ ਸੀ ਜੇ ਉਹ ਪ੍ਰੋਟੈਸਟਰ ਰਸਤਾ ਰੋਕੀ ਬੈਠੇ ਤੇ ਸ਼ਾਂਤਮਈ ਬੈਠੇ ਤੇ, ਪਰ ਇਹ ਵਾਇਲੇਸ਼ਨ ਕਰ ਰਹੇ ਨੇ ਦਫਾ 144 ਦੀ, ਤਾਂ ਉਹਨਾਂ ਨੂੰ ਅਰੈਸਟ ਕਰ ਲੈਂਦੇ ਤੇ ਉਹਨਾਂ ਦਾ ਚਲਾਨ ਕਰਦੇ 188 IPC ਥੱਲੇ, ਵਾਇਲੇਸ਼ਨ 'ਚ ਪ੍ਰੋਵੀਜ਼ਨ ਹੈਗਾ ਜੀ, ਪਰ ਉਹਨਾਂ ਨੇ ਇੱਦਾਂ ਨਹੀਂ ਕੀਤਾ। ਤੇ ਹੁਣ ਜਿੱਥੇ ਵੀ ਪ੍ਰੋਟੈਸਟ ਹੋ ਰਿਹਾ, ਬੰਦੇ ਗੈਦਰਿੰਗ ਹੋ ਗਈ, ਨੋ ਡਾਊਟ ਪੁਲਿਸ ਤੈਨਾਤ ਰਹਿੰਦੀ ਹੈ, ਇੰਟੈਲੀਜੈਂਸ ਦੀਆਂ ਰਿਪੋਰਟਸ ਆਉਂਦੀਆਂ ਨੇ ਵੀ ਕਿੰਨੇ ਬੰਦੇ ਇਕੱਠੇ ਹੋ ਸਕਦੇ ਨੇ, ਤੇ ਉੱਥੇ ਨਾਲ ਦੀ ਨਾਲ ਕੋਈ ਤਹਿਸੀਲਦਾਰ, ਕੋਈ ਜਾਣੀ ਡਿਊਟੀ ਮੈਜਿਸਟ੍ਰੇਟ ਹਾਜ਼ਰ ਰਹਿੰਦਾ, ਕਿਉਂਕਿ ਪੁਲਿਸ ਜਿਹੜੀ ਹੈਗੀ ਆ ਯੂਜ਼ ਨਹੀਂ ਕਰ ਸਕਦੀ ਫੋਰਸ ਵਿਦਆਊਟ ਆਰਡਰ ਆਫ ਮੈਜਿਸਟ੍ਰੇਟ ਜੀ। ਹੁਣ ਇਸ ਕੇਸ ਦੇ ਵਿੱਚ ਜਿਹੜੀ ਹਾਈ ਕੋਰਟ ਨੇ ਇੰਟਰਫੀਅਰ ਕੀਤਾ, ਇੱਕ ਇਹ ਚੀਜ਼ ਆ ਰਹੀ ਹੈ ਵੀ ਇਹਦੀ ਫਾਈਂਡਿੰਗ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੀ ਬਿਲਕੁਲ ਹੀ ਅਨਪ੍ਰੋਵੋਕਡ ਸਿਚੁਏਸ਼ਨ ਸੀਗੀ ਜਦੋਂ ਇਹਨਾਂ ਨੇ ਫਾਇਰਿੰਗ ਕਰਤੀ। ਪਰ ਦੂਜੇ ਪਾਸੇ ਮਤਲਬ ਉਧਰੋਂ ਦੂਜੇ ਪਾਸੇ ਸੰਗਤ ਵੱਲੋਂ ਉਕਸਾਇਆ ਨਹੀਂ ਗਿਆ ਕੁਝ ਵੀ। ਕੋਰਟ ਇਹ ਕਹਿ ਰਹੀ ਹੈ ਵੀ ਉੱਥੇ ਮੈਜਿਸਟ੍ਰੇਟ SDM ਤੈਨਾਤ ਹੈ, SDM ਤੋਂ ਪੁਲਿਸ ਵਾਲੇ ਪਰਮਿਸ਼ਨ ਲੈਂਦੇ ਨੇ ਪਹਿਲਾਂ ਲਾਠੀ ਚਾਰਜ ਕਰਨ ਦੀ, ਫਿਰ ਪਰਮਿਸ਼ਨ ਦੂਸਰੀ ਐਪਲੀਕੇਸ਼ਨ ਲਾ ਕੇ ਪਰਮਿਸ਼ਨ ਲੈਂਦੇ ਨੇ ਉਹ ਪਾਣੀ ਦੀਆਂ ਬੁਛਾੜਾਂ ਦੀ, ਫਿਰ ਤੀਜੀ 'ਚ ਪਰਮਿਸ਼ਨ ਲੈਂਦੇ ਨੇ ਉਹ ਫਾਇਰਿੰਗ ਦੀ, ਬਿਲਕੁਲ ਤੀਜੀ ਸਟੇਜ ਤੇ ਆ ਕੇ। ਔਰ ਫਾਇਰਿੰਗ ਨੋ ਡਾਊਟ ਉਹਨੇ ਪਰਮਿਸ਼ਨ ਦਿੱਤੀ ਆ ਹਵਾਈ ਫਾਇਰ ਦੀ, ਇਹ ਨਹੀਂ ਵੀ ਬੰਦਿਆਂ ਦੇ ਵਿੱਚ ਮਾਰੋ ਜੀ। ਪਰ ਉੱਥੇ ਸਿਚੁਏਸ਼ਨ 'ਚ ਇਹ ਹੁੰਦਾ ਵੀ ਪੁਲਿਸ ਵਾਲੇ ਜੇ ਬੰਦਿਆਂ ਦੇ ਵਿੱਚ ਮਾਰਦੇ ਨੇ, ਕੀ ਉਹਨਾਂ ਤੇ ਅੱਗੋਂ ਉਹਨਾਂ ਦਾ ਵਰਸ਼ਨ ਇਹ ਹੈ ਗੁਰਦੀਪ ਹੋਰਾਂ ਦਾ ਕਿ ਵੀ ਪ੍ਰੋਟੈਸਟਰਾਂ ਦੇ ਵਿੱਚੋਂ ਉਹਨਾਂ ਨੇ SLR ਖੋਲ੍ਹੀ ਤੀ
ਹਾਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਮਾਰਨਾ ਸ਼ੁਰੂ ਕਰਤਾ ਸੀ ਘੇਰ ਲਿਆ ਸੀ ਤੇ ਉਹ ਸੈਲਫ ਡਿਫੈਂਸ ਆ ਜਾਂਦਾ ਉਹਨਾਂ ਦਾ, ਪੁਲਿਸ ਵਾਲਿਆਂ ਦਾ। ਹੁਣ ਇਹ ਚੀਜ਼ਾਂ ਨੂੰ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਗਨੋਰ ਕਰਤਾ, ਉਹ ਰਿਕਵਰੀਆਂ ਨੂੰ, ਉਹ ਜਿਹੜੇ ਬਿਆਨਾਂ ਨੂੰ, ਪੁਲਿਸ ਦੇ ਇੰਜਰਡ ਵਿਟਨੈਸ ਤੇ ਜਿਹੜੇ ਉਹਨਾਂ ਨੂੰ ਇਗਨੋਰ ਕਰਤਾ ਬਿਲਕੁਲ। ਇੱਕ ਪਾਸੜ ਇਨਵੈਸਟੀਗੇਸ਼ਨ ਕਰਤੀ ਵੀ ਪ੍ਰੋਟੈਸਟਰਾਂ ਦਾ ਕੋਈ ਕਸੂਰ ਨਹੀਂ ਤੇ ਆਹ ਗੱਲ ਹੈ ਤੇ ਆਹ ਬੰਦਿਆਂ ਨੇ ਕੀਤਾ ਤੇ ਇਹਨਾਂ ਦੀ ਕਨਸਪੀਰੇਸੀ ਨਾਲ ਹੈੱਡ ਆਫ ਪੋਲੀਟਿਕਸ ਜਿਸ ਦਾ ਲਾਭ ਗੁਰਦੀਪ ਸਿੰਘ ਨੂੰ ਮਿਲਿਆ, ਜਿਸ ਦਾ ਲਾਭ ਗੁਰਦੀਪ ਸਿੰਘ ਨੂੰ ਮਿਲੀ ਸੀਗਾ। ਜਦੋਂ ਉਹ ਕੋਈ ਇਦਾਂ ਦੀ ਫਾਈਂਡਿੰਗ ਆ ਰਹੀਆਂ ਨੇ ਵੀ ਜਿਹੜਾ ਹੈਗਾ ਉਹ ਦੂਜਾ ਇਹ ਉਹਨੂੰ ਡਿਫੈਂਡ ਵੀ ਪ੍ਰੋਪਰ ਨਹੀਂ ਹੋਇਆ, ਨਾ ਤਾਂ ਉਹ ਆਪ ਅਪੀਅਰ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ, ਨਾ ਉਹਨਾਂ ਦਾ ਉਹਦੇ ਵਕੀਲ ਦੀ ਜਿਹੜੀ ਪ੍ਰੈਜ਼ੈਂਸ ਮਾਰਕ ਆਰਡਰ ਦੇ ਵਿੱਚ। ਤੇ ਉਹਨਾਂ ਜਦ ਕਿ ਰਿਸਪੋਂਡੈਂਟ ਨੰਬਰ 3 ਨੇ ਉਹ ਉਹਨਾਂ ਤੇ ਆਪ ਵੀ ਆਪਣਾ ਕੇਸ ਲੜ ਸਕਦੇ ਸੀਗੇ ਹਾਈ ਕੋਰਟ 'ਚ ਜਾਂ ਆਪਣਾ ਵਕੀਲ ਖੜਾ ਕਰ ਸਕਦੇ ਸੀ। ਕੁੰਵਰ ਵਿਜੇ ਪ੍ਰਤਾਪ ਤੇ ਲਗਾਤਾਰ ਅਟੈਕ ਹੋ ਰਿਹਾ ਕੋਰਟ 'ਚ ਕਿ ਜੀ ਵੀ ਇਹ ਗੁਰਦੀਪ ਸਿੰਘ ਨੂੰ ਦਬਾਅ ਬਣਾ ਰਿਹਾ ਸੀ ਵੀ ਅਪਰੂਵਰ ਬਣ ਜਾ, ਗਵਾਹ ਬਣ ਜਾ, ਸਰਕਾਰੀ ਗਵਾਹ ਬਣ ਜਾ। ਉਹ ਤਾਂ ਇੱਕ ਜਾਂਚ ਅਫਸਰ ਦੀ ਡਿਊਟੀ ਦਾ ਪਾਰਟ ਹੈ ਨਾ, ਅਪਰੂਵਰ ਤੇ ਦਬਾਅ ਬਣਾਉਣਾ, ਉਹਦੇ ਪਿੱਛੇ ਉਹਨੂੰ ਅਕਿਊਜ਼ ਨੂੰ। ਦੇਖੋ ਵਿਟਨੈਸ ਤਾਂ ਆਲਰੇਡੀ ਇੰਜਰਡ ਵਿਟਨੈਸ 7-8 ਤਾਂ ਗਨ ਫਾਇਰ ਵਾਲੇ ਵਿਟਨੈਸ ਆਲਰੇਡੀ ਰਿਕਾਰਡਡ ਤੇ, ਜਿਹਦੇ ਵਿੱਚ ਅਜੀਤ ਸਿੰਘ ਹੋਰ ਕਈ ਨੇ, ਜਿਹੜੇ ਆਤਮਾ ਸਿੰਘ ਹੋਰ ਬਹੁਤ ਸਾਰੇ ਨੇ। ਹੁਣ ਉਹਨੂੰ ਅਪਰੂਵਰ ਬਣਾਉਣ ਦੀ ਕਿਉਂ ਲੈ, ਫਿਰ ਪੋਲੀਟੀਕਲ ਏਜੰਡਾ ਆਇਆ, ਅਪਰੂਵਰ ਬਣਾ ਕੇ ਸੀਐਮ ਬਾਦਲ ਦਾ ਨਾਮ ਲੈ ਦੇ, ਇਦਾਂ ਹੀ ਕੋਈ ਕਹਾਣੀ ਹੋ ਸਕਦੀ, ਅਦਰਵਾਈਜ਼ ਉਹਨੂੰ ਅਪਰੂਵਰ ਬਣਾਉਣ ਦੀ ਲੋੜ ਨਹੀਂ। ਮੇਰਾ ਇਹੀ ਕੋਈ ਕਾਰਨ ਤਾਂ ਨਹੀਂ ਕਿ ਜੇਕਰ ਪੰਜਾਬ ਦੇ ਮੰਤਰੀ ਵੀ ਬੋਲਦੇ ਨੇ, ਅਗਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਵੀ ਬੋਲਦੇ ਨੇ, ਉਹ ਵੀ ਜਿਹੜਾ ਨਾ ਅਨੋਨਿਮਿਟੀ 'ਚ ਬੋਲਦੇ ਨੇ, ਆਪਣਾ ਨਾਂ ਛਾਪੇ ਬਿਨਾ ਮੀਡੀਆ 'ਚ ਆ ਰਹੇ ਨੇ, ਮੰਤਰੀ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ। ਮੁੱਖ ਮੰਤਰੀ ਵੀ ਜਿਹੜਾ ਨਾ ਕਿਤੇ ਨਾ ਕਿਤੇ ਬਚਾਅ ਕਰਦੇ ਨਜ਼ਰ ਆ ਰਹੇ ਨੇ, ਕਿਤੇ ਨਾ ਕਿਤੇ ਕਿ ਇਹਨਾਂ ਨੇ ਇਹ ਥਾਪੜਾ ਦਿੱਤੀ ਹੋਈ ਸੀਗੀ, ਕਿ ਇਹ ਥਾਪੀ ਮਾਰੀ ਹੋਈ ਸੀ ਕਿ ਇਸ ਨੂੰ ਪੋਲੀਟੀਕਲੀ ਜਿਹੜਾ ਹੈਗਾ ਕਾਂਗਰਸ ਨੂੰ ਬੈਨੀਫਿਟ ਪਹੁੰਚਾਉਣ ਵਾਲੀ ਜਾਂਚ ਵੱਲ ਲੈ ਕੇ ਜਾਣਾ। ਇਹ ਹੋ ਸਕਦਾ ਐਪਰੀਹੈਂਸ਼ਨ ਹੈ ਚਾਹੇ। ਬਿਲਕੁਲ ਇਹਦੇ ਵਿੱਚ ਹਾਈ ਕੋਰਟ ਨੇ ਜਿਹੜਾ ਇੰਟਰਫੇਅਰ ਤਦ ਹੀ ਕੀਤਾ। ਇੱਕ ਹੁਣ ਉੱਥੇ ਮੈਜਿਸਟ੍ਰੇਟ ਹੈਗਾ ਜੀ, ਮੈਜਿਸਟ੍ਰੇਟ ਨੇ ਪਰਮਿਸ਼ਨ ਦਿੱਤੀ ਹੈ ਹਵਾਈ ਫੇਅਰ ਦੀ, ਬੰਦਿਆਂ ਦੇ ਗੋਲੀਆਂ ਵੱਜੀਆਂ ਨੇ, ਨੋ ਡਾਊਟ, ਉਸ ਪੁਲਿਸ ਵਾਲੇ ਨੋ ਡਾਊਟ ਵੀ ਐਕਸੈਸਿਵ ਯੂਜ਼ ਆਫ ਫੋਰਸ ਹੋ ਗਈ ਜੀ, ਜਾਂ ਉਹ ਹਾਲਾਤ ਇਹੋ ਜਿਹੇ ਵਿਗੜ ਗਏ। ਇਹ ਤਾਂ ਇਨਵੈਸਟੀਗੇਸ਼ਨ ਦਾ ਕੰਮ ਸੀਗਾ ਜੀ। ਪਰ ਗੱਲ ਇਹ ਹੈ ਵੀ ਮੈਜਿਸਟ੍ਰੇਟ ਨੂੰ ਜਾਂ ਤਾਂ ਅਕਿਊਜ਼ਡ ਬਣਾਓ, ਉਹਨੇ ਜਿਹੜਾ ਕੋਈ ਫਾਈਂਡਿੰਗ ਇਨਕੁਆਰੀ ਕਰਕੇ ਉਹ ਮੌਕੇ ਤੇ ਉਹ ਪ੍ਰੈਜ਼ੈਂਟ ਸੀਗਾ, ਉਹਨੇ ਕਿਉਂ ਨਹੀਂ ਕੋਈ ਰਿਪੋਰਟ ਕੀਤੀ ਵੀ ਪੁਲਿਸ ਨੇ ਮੇਰੇ ਤੋਂ ਬਾਹਰ ਹੋ ਕੇ ਇਦਾਂ ਦੀ ਗੱਲ ਕਰਤੀ, ਜਾਤੀ ਕਰਤੀ। ਤਾਂ ਉਹ ਮੈਜਿਸਟ੍ਰੇਟ ਨੂੰ ਵੀ ਕੋਰਟ ਕਹਿ ਰਹੀ ਹੈ ਵੀ ਆਈਦਰ ਹੀ ਸ਼ੁੱਡ ਬੀ ਅਕਿਊਜ਼ਡ, ਜਾਂ ਫਿਰ ਇਹਨਾਂ ਨੇ ਸਟੇਟਮੈਂਟ ਕੁਝ ਰਿਕਾਰਡ ਕਰੀਏ। ਉਸ ਤੋਂ ਬਾਅਦ ਜਿਹੜਾ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਆ ਰਹੀਆਂ ਨੇ ਜਿਹਦੇ ਕਰਕੇ ਹਾਈ ਕੋਰਟ, ਪਰ ਇਹ ਜਿਹੜੇ ਤੱਥ ਨੇ, ਜਿਹੜੇ ਸੈਟਲਡ ਪ੍ਰਿੰਸੀਪਲ ਆਫ ਲਾ ਨੇ, ਜਿਹੜੇ ਵੀ ਦੇਖੋ ਟ੍ਰਾਇਲ ਕੋਰਟ ਦਾ ਪ੍ਰੋਸੈਸ ਕੀ ਹੁੰਦਾ, ਵਿਟਨੈਸ ਆਉਂਦਾ, ਜੇ ਉਹਨੇ ਪਹਿਲਾਂ ਕੋਈ ਥੋੜਾ ਫਰਕ ਨਾਲ ਸਟੇਟਮੈਂਟ ਦਿੱਤੀ, ਉਹਨੂੰ ਉਹ ਪੁੱਟ ਕੀਤੀ ਜਾਂਦੀ ਹੈ। ਆਪੋਜਿਟ ਕਾਉਂਸਲ ਨੂੰ ਉਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਰਕੇ ਉਹਦੀ ਟਰੁੱਥ ਦਾ ਨਿਚੋੜ ਕੱਢਿਆ ਜਾਂਦਾ ਉੱਥੇ, ਬਿਲਕੁਲ। ਤੇ ਫਿਰ ਕੋਰਟ ਜਿਹੜਾ ਡਿਸਾਈਡ ਕਰਦੀ ਹੈ ਵੀ ਇਹਦਾ ਕਿਹੜਾ ਪਾਰਟ ਸੱਚਾ ਹੈ, ਕਿਹੜਾ ਇਹਨੇ ਇੰਪਰੂਵਮੈਂਟ ਕੀਤੀ ਹੈ, ਕਿਹੜਾ ਇਹਨੇ ਡਿਲੀਸ਼ਨ ਕੀਤੀ ਹੈ, ਕਿਹੜਾ ਇਹਨੇ ਵਧਾ ਚੜਾ ਕੇ ਗੱਲ ਕੀਤੀ ਹੈ, ਤੇ ਕਿੰਨਾ ਪਾਰਟ ਇਹਦਾ ਸੱਚਾ ਹੈ, ਕਿੰਨਾ ਝੂਠਾ ਹੈ। ਹੁਣ ਇਹ ਹਾਈ ਕੋਰਟ ਕੋਲੇ ਜਿਹੜੇ ਹੈਗੇ ਆ ਡੋਮੇਨ ਹੈ ਨਹੀਂ ਵੀ ਐਪਰੀਸ਼ੀਏਸ਼ਨ ਆਫ ਐਵੀਡੈਂਸ ਕਰੇ, ਇੱਥੇ ਕੋਰਟ ਮੈਟਸ ਚਲੀ ਗਈ। ਇਸ ਕਰਕੇ ਇਹ ਆਰਡਰ ਜਿਹੜਾ ਡਿਬੇਟੇਬਲ ਹੈ ਜੀ, ਇਸ ਕਰਕੇ ਹੁਣ ਇਹ ਜਿਹੜਾ ਫੈਸਲਾ ਹੈ, ਮੈਂ ਤੁਹਾਡੇ ਹੋਰ ਗੱਲ ਕਰਨਾ, ਜਿਹੜਾ ਤੁਸੀਂ ਕਹਿਣਾ ਚਾਹੁੰਦੇ ਸੀਗੇ ਬਈ ਇਹ ਜਿਹੜਾ ਰਿਟ ਜੁਡੀਕਸ਼ਨ ਦੇ ਵਿੱਚ ਫੈਸਲਾ ਆਇਆ, ਰਿਟ ਜੁਡੀਕਸ਼ਨ ਜਦੋਂ ਸਿੰਗਲ ਬੈਂਚ ਡਿਸਾਈਡ ਕਰਦਾ ਕੋਈ ਕੇਸ, ਤੁਸੀਂ ਯਾਦ ਹੋਊਗਾ ਆਪਣੇ ਸੁਰੇਸ਼ ਕੁਮਾਰ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਨਾ, ਉਹਨਾਂ ਦਾ ਅਪਾਇੰਟਮੈਂਟ ਸਿੰਗਲ ਬੈਂਚ ਨੇ ਹਾਈ ਕੋਰਟ ਦੇ ਨੇ ਰੱਦ ਕਰਤੀ ਸੀ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਅਗੇਂਸਟ ਗਿਆ ਸੀ ਫੈਸਲਾ। ਹਾਂ, ਪੰਜਾਬ ਸਰਕਾਰ ਦੇ ਅਗੇਂਸਟ ਗਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਆਗੂ। ਇਮੀਡੀਏਟਲੀ ਉਦੋਂ ਇਹਨਾਂ ਨੇ ਉਹਦੀ ਐਲਪੀਏ ਪਾਈ ਉਰੀ ਹਾਈ ਕੋਰਟ ਦੇ ਵਿੱਚ, ਇੱਥੇ ਹੀ ਤੇ ਡਿਵੀਜ਼ਨ ਬੈਂਚ ਦੇ ਵਿੱਚ, ਡਬਲ ਬੈਂਚ ਦੇ ਵਿੱਚ, ਤੇ ਉੱਥੋਂ ਇਹਨਾਂ ਨੇ ਸਰਕਾਰ ਵਕੀਲ ਲਿਆਂਦੇ ਸੀ ਆਪਣੇ, ਕੀ ਨਾਮ ਉਹਨਾਂ ਦਾ, ਪੀ ਚਿਦੰਬਰਮ, ਉਹਨਾਂ ਨੇ ਆਰਗੂ ਕੀਤੇ ਤੇ ਆਈ ਵਾਸ देयर, ਤੇ ਇਹਦਾ ਆਪਰੇਸ਼ਨ ਸਟੇ ਹੋ ਗਿਆ ਸੀ ਤੇ ਉਹ ਸੁਰੇਸ਼ ਕੁਮਾਰ ਕੰਟੀਨਿਊ ਰਹੇ। ਲੇਕਿਨ ਜੇ ਇਸੇ ਤਰ੍ਹਾਂ, ਮੈਂ ਇੱਕ ਮਿੰਟ ਰੋਕ ਰਿਹਾ, ਜੇ ਇਸੇ ਤਰ੍ਹਾਂ ਸਰਕਾਰ ਇਸ ਜਜਮੈਂਟ ਨੂੰ, ਸਿੰਗਲ ਬੈਂਚ ਦੀ ਜਜਮੈਂਟ ਨੂੰ ਐਲਪੀਏ ਪਾਏ, ਭਾਵੇਂ ਜਾਂ ਸੁਪਰੀਮ ਕੋਰਟ 'ਚ ਜਾਏ, ਜਾਂ ਇਸ ਇੰਨੇ ਤਕੜੇ, ਜਿੱਦਾਂ ਪਹਿਲਾਂ ਇੰਨੇ 55 ਲੱਖ ਦੇ ਵਕੀਲ ਲਿਆਂਦੇ ਨੇ, ਹੁਣ ਜੇਕਰ ਹੋਰ ਤਰੱਦਦ ਕਰ ਲਵੇ ਕੋਈ ਵਕੀਲ ਤਕੜਾ, ਸਿਆਣੀ ਬੁੱਧੀ ਵਾਲਾ, ਵੈਸੇ ਵਕੀਲ ਸਾਰੇ ਸਿਆਣੇ ਹੁੰਦੇ ਨੇ, ਜ਼ਿਆਦਾ ਸਿਆਣੀ ਬੁੱਧੀ ਵਾਲਾ ਜਾਂ ਕੋਈ ਕਰੂ ਵਕੀਲ ਜਿਹਨੂੰ ਆਪਾਂ ਕਹਿੰਦੇ ਆ, ਉਹ ਖੜਾ ਕਰ ਲਵੇ ਕਿ ਆਪਰੇਸ਼ਨ ਸਟੇ ਹੋ ਜਾਣ। ਜੇਕਰ ਆਪਰੇਸ਼ਨ ਸਟੇ ਹੁੰਦੇ ਨੇ ਤਾਂ ਮੇਰੇ ਖਿਆਲ 'ਚ ਸਿੱਟ ਵੀ ਵੱਜ ਜਾਂਦੀ ਹੈ, ਪੁਰਾਣੀ ਜੋ ਜਾਂਚ ਕੀਤੀ ਆ ਉਹ ਵੀ ਵੱਜ ਜਾਂਦੀ ਹੈ। ਜਿਹੜਾ ਨਾ ਸਰਕਾਰ ਕੋਲੇ ਸਮਾਂ ਥੋੜਾ ਹੈ, 2022 ਬਿਲਕੁਲ ਉੱਪਰ ਆ ਚੜਿਆ, ਸਮਾਂ ਹੈ ਨਹੀਂ ਸਰਕਾਰ ਕੋਲ। ਬਹੁਤ ਵੱਡੀ ਕੁਤਾਹੀ ਹੋਈ ਹੈ ਸਰਕਾਰ ਤੋਂ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਸੇ ਨੇ ਗੌਰ ਨਹੀਂ ਕੀਤੀ ਵੀ ਇਹ ਕੀ ਹੋ ਰਿਹਾ ਹੈ, ਤੇ ਲੋਕਾਂ ਦੇ ਸੈਂਟੀਮੈਂਟ ਕਿੰਨੇ ਨੇ, ਤੇ ਲੋਕਾਂ ਨੂੰ ਠੰਡ ਪੈਣੀ ਚਾਹੀਦੀ ਸੀ ਬੇਅਦਬੀ ਵਾਲੇ ਮਾਮਲੇ
ਮਾਮਲੇ 'ਚ। ਨਾਲੇ ਜਿਹੜਾ ਕੌਂਸਪੀਰੇਟਰ ਕੌਣ ਹੈ ਉਹ ਤੁਸੀਂ ਬੇਅਦਬੀਆਂ ਵਾਲੇ ਤੇ ਜ਼ੋਰ ਲਾਓ, ਤੁਸੀਂ ਉਹੀ ਘੜੀਸਾ ਘੜੀਸੀ ਕਰੀਏ ਨਾ। ਫਾਇਰਿੰਗ ਇੰਸੀਡੈਂਟ ਸੈਪਰੇਟ ਇੰਸੀਡੈਂਟ ਹੈ, ਤੁਸੀਂ ਬੇਅਦਬੀ ਦਾ ਜਿਹੜਾ ਇੰਸੀਡੈਂਟ ਹੈ ਉਹ ਬੜਾ ਦੁਖਦਾਈ ਇੰਸੀਡੈਂਟ ਹੈ, ਉਹਦਾ ਦੇਖੋ ਕੌਂਸਪੀਰੇਟਰ ਕੌਣ ਹੈ, ਕੋਈ ਕਿਹੜੀ ਪੋਲੀਟੀਕਲ ਪਾਰਟੀ ਦਾ ਬੰਦਾ ਹੈ, ਕਿਹੜਾ ਹੈੱਡ ਹੈ, ਕਿਹੜਾ ਕਿਹਦੇ ਨਾਲ ਮਿਲ ਕੇ ਕਿਹਨੇ ਕੀ ਕੀਤਾ, ਕਿਉਂ ਕੀਤਾ ਜੀ। ਤੁਸੀਂ ਇਹ ਫਾਇਰਿੰਗ ਇੰਸੀਡੈਂਟ ਜਦੋਂ ਇੰਸੀਡੈਂਟ ਹੁੰਦਾ ਉੱਥੇ ਜਾਂ ਤਾਂ ਉਹ ਪੁਲਿਸ ਵਾਲੇ ਦੋਸ਼ੀ ਨੇ ਜਾਂ ਉਹਨਾਂ ਨੂੰ ਕਮਾਂਡ ਦੇਣਾ ਦੋਸ਼ੀ ਹੈ, ਤੇ ਇਸ ਤੋਂ ਵੱਧ ਗਾਹਾਂ ਜਾਣ ਦਾ ਤੁਹਾਨੂੰ ਇਹ ਫਾਲਤੂ ਘੜੀਸਾ ਘੜੀਸੀ ਕਰਕੇ, ਇਸੇ ਕਰਕੇ ਕੋਰਟ ਨੇ ਇੰਟਰਫੇਅਰ ਕੀਤਾ ਵੀ ਉਹ ਅਕਸ਼ੇ ਵਾਲਾ ਐਪੀਸੋਡ ਵਿੱਚ ਮੈਂਸ਼ਨ ਕਰਦੇ ਨੇ ਪਾਰਡਨ ਵਾਲਾ ਜਿਹੜਾ ਰਾਮ ਰਹੀਮ ਨੂੰ ਪਰ ਪਾਰਡਨ ਹੈ ਜੋ ਰਾਮ ਰਹੀਮ ਨੂੰ ਮਾਫੀ ਹੈ, ਅਕਸ਼ੇ ਕੁਮਾਰ ਦੀ ਸ਼ਮੂਲੀਅਤ ਹੈ, ਇਹ ਸਾਰੀਆਂ ਚੀਜ਼ਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦਰਜ ਨੇ। ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਾਂਚ ਕਰਦੇ ਨੇ ਤਾਂ ਇਸ 'ਚ ਬੁਰਾਈ ਕੀ ਹੈ? ਐਪਰੀਹੈਂਸ਼ਨ ਇਹਦੇ 'ਚ ਖਿਆਲੀ ਪਲਾਓ ਕਿੱਥੋਂ ਆ ਗਏ? ਨਹੀਂ ਗੱਲ ਇਹ ਹੈ ਵੀ ਜਿਹੜਾ ਪੋਲੀਟੀਕਲ ਏਜੰਡਾ ਹੈ ਨਾ, ਇਹ ਉਹਦੇ ਕਰਕੇ ਮੈਂਸ਼ਨਿੰਗ ਹੋ ਰਹੀ ਹੈ ਅਸਲ 'ਚ, ਜਿੱਥੋਂ ਤੱਕ ਮੇਰਾ ਵਿਊ ਹੈ, ਕਿਉਂਕਿ ਕੌਨਸਪੀਰੇਸੀ ਲਈ ਸਰਕਮਸਟਾਂਸ ਚਾਹੀਦੇ ਨੇ, ਉਹ ਸਰਕਮਸਟਾਂਸ ਅਨਨੈਸੈਸਰੀ ਮੈਂਸ਼ਨ। ਹਾਲਾਂਕਿ ਫਾਇਰਿੰਗ ਨਾਲ ਇਹਦੀ ਕੋਈ ਰੈਲੇਵੈਂਸੀ ਨਹੀਂ, ਪਾਰਡਨ ਵਾਲਾ ਮਸਲਾ ਫਾਇਰਿੰਗ ਨਾਲ ਕੀ ਰੈਲੇਵੈਂਸੀ ਹੈ? ਹਾਂ ਪਰ ਬੇਅਦਬੀਆਂ ਦਾ ਕੋਈ ਰੀਜ਼ਨ ਹੋ ਸਕਦਾ, ਪਹਿਲਾਂ ਮਾਫੀ ਹੁੰਦੀ ਹੈ, ਪਾਰਡਨ ਇਹਨਾਂ ਨੇ ਨਜਾਇਜ਼ ਦੇਤੀ, ਜਾਇਜ਼ ਦੇਤੀ, ਕਿਵੇਂ ਦੇਤੀ, ਲੇਕਿਨ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲਦੀ ਹੈ ਰਾਮ ਰਹੀਮ ਨੂੰ ਸਵਾਂਗ ਰਚਾਉਣ ਵਾਲੇ ਕੇਸ ਦੇ ਵਿੱਚ, ਫਿਰ ਮਾਫੀ ਵਾਪਸ ਹੁੰਦੀ ਹੈ, ਸਿੱਖ ਪੰਥਕ ਸਿਆਸਤ ਜਿਹੜੀ ਹੈ ਫਿਰ ਮੁੜ ਕੇ ਸਰਗਰਮ ਹੋ ਜਾਂਦੀ ਹੈ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਅਚਾਨਕ ਗੁਰਜਵਾਰ ਸਿੰਘ ਵਾਲਾ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬੀੜ ਸਾਹਿਬ ਚੋਰੀ ਹੁੰਦੇ ਨੇ, ਪੱਤਰੇ ਮਿਲਦੇ ਨੇ, ਉਸ ਤੋਂ ਪਹਿਲਾਂ ਪੋਸਟਰ ਲੱਗਿਆ ਮਿਲਦਾ ਹੈ, ਉਸ ਤੋਂ ਬਾਅਦ ਅਕਤੂਬਰ ਦੇ ਮੋਰਚਾ ਲੱਗਦਾ ਹੈ, 14 ਅਕਤੂਬਰ ਦੀ ਜਿਹੜਾ ਹੈਗਾ ਗੋਲੀਬਾਰੀ ਹੁੰਦੀ ਹੈ ਜਿੱਥੇ ਬਹਿਬਲ ਕਲਾ 2 ਬੰਦੇ ਮਰਦੇ ਨੇ, ਤੇ ਉੱਥੇ ਇਸੇ ਦੌਰਾਨ MSG 2 ਜਿਹੜੀ ਹੈਗੀ ਹੈ ਫਿਲਮ ਰਾਮ ਰਹੀਮ ਦੀ ਉਹ ਰਿਲੀਜ਼ ਹੁੰਦੀ ਹੈ, ਉਹਨੂੰ ਪੰਜਾਬ ਦੇ ਵਿੱਚ ਰਿਲੀਜ਼ ਹੋਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ। ਸੋ ਉਸ ਤੋਂ ਬਾਅਦ ਆਖਰ 'ਚ ਜਾ ਕੇ ਜਿਹੜਾ ਹੈਗਾ ਕੋਟਕਪੂਰਾ ਦੇ ਬਹਿਬਲ ਕਲਾਂ ਦਾ ਗੋਲੀकांड ਵਾਪਰਦਾ ਹੈ। ਸੋ ਇਸ ਨੂੰ ਕਿਵੇਂ ਆਪਾਂ ਨਿਖੇੜ ਸਕਦੇ ਹਾਂ ਸਾਰੀਆਂ ਘਟਨਾਵਾਂ ਨੂੰ ਇੱਕ ਦੂਜੀ ਤੋਂ? ਨਹੀਂ ਪੋਲੀਟੀਕਲ ਬੇਅਦਬੀ ਵਾਲੇ ਜਿਹੜਾ ਤੁਸੀਂ ਕਿਹਾ ਨਾ ਕਿ ਜਿਹੜੀ ਜਜਮੈਂਟ ਹੈ ਡਿਬੇਟੇਬਲ ਹੈ, ਇਹ ਡਿਬੇਟ ਦਾ ਪਾਰਟ ਹੈ। ਮੈਂ ਸੁਣਦਾ ਵੀ ਬੇਅਦਬੀ ਵਾਲਾ ਜਿਹੜਾ ਦੁਖਦਾਈ ਪਹਿਲੂ ਹੈ ਉਹਦਾ ਇਹ ਪੱਕਾ ਪਾਰਟ ਨੇ, ਤੇ ਨੈਕਸਸ ਕਿਹਦੇ ਨਾਲ ਹੈ ਕਿਵੇਂ, ਪਰ ਸਰਕਾਰ ਦੀ ਪਤਾ ਨਹੀਂ ਕਿਹੜੀ ਮਜਬੂਰੀ ਹੈ ਵੀ ਇਹਨੂੰ ਖੋਲ੍ਹਣਾ ਨਹੀਂ ਚਾਹੁੰਦੀ ਜੀ। ਹੁਣ ਸਰਕਾਰ ਜਿਸ ਸਥਿਤੀ 'ਚ ਹੈ, ਸਰਕਾਰ ਕਿਤੇ ਨਾ ਕਿਤੇ ਪ੍ਰਭਾਵ ਦੇ ਰਹੀ ਹੈ ਕਿ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ, ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ ਸਰਕਾਰ। ਦੂਜੀ ਗੱਲ ਸਰਕਾਰ ਕਹਿ ਰਹੀ ਹੈ ਕਿ ਅਸੀਂ ਪਾਰਸ਼ਲੀ ਜਿਹੜਾ ਹੈਗਾ ਜਜਮੈਂਟ ਨੂੰ ਕੰਪਲਾਈ ਕਰਾਂਗੇ, ਪਾਲਣਾ ਕਰਾਂਗੇ ਅਦਾਲਤ ਦੇ ਸਿੰਗਲ ਬੈਂਚ ਦੇ ਫੈਸਲੇ ਦੀ, ਕਿ ਅਸੀਂ ਸਿੱਟ ਦਾ ਬਣਾ ਦਾਂਗੇ। ਪਰ ਨਾਲ ਜਿਹੜੀ ਪੋਲੀਟੀਕਲ ਗੱਲਾਂ ਜਜਮੈਂਟ ਦੇ ਵਿੱਚ ਹੋਈਆਂ ਨੇ, ਤੁਸੀਂ ਡਿਬੇਟੇਬਲ ਫੈਕਟ ਕਿਹਾ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕੰਟਰੋਵਰਸ਼ੀਅਲ ਫੈਕਟ ਕਹਿ ਸਕਦੇ ਹਾਂ, ਕਿਉਂਕਿ ਜਦੋਂ ਗੱਲ ਸੁਪਰੀਮ ਕੋਰਟ ਜਾਣ ਦੀ ਹੋ ਰਹੀ ਹੈ ਤਾਂ ਇਸ 'ਚ ਸਰਕਾਰ ਦਾ ਨਫਾ ਨੁਕਸਾਨ ਕਿੱਥੇ ਹੈ, ਜਾਂ ਜੋ ਹਾਲਾਤ ਨੇ, ਕਾਨੂੰਨੀ ਹਾਲਾਤ ਨੇ, ਉਹ ਕਨਸਟੀਟਿਊਸ਼ਨਲ ਜੋ ਸਿਚੁਏਸ਼ਨ ਹੈ ਉਹ ਕੀ ਬੋਲਦੀ ਹੈ ਇਸ ਮਾਮਲੇ 'ਚ? ਜੇ ਕੱਲ ਨੂੰ ਸੁਪਰੀਮ ਕੋਰਟ 'ਚ ਕੋਈ ਰਾਹਤ ਮਿਲਣ ਦੀ ਉਮੀਦ ਹੋਵੇ ਤੇ ਇਧਰਲੇ ਪਾਸੇ ਸਿੱਟ ਬਣ ਕੇ ਸਿੱਟ ਕੰਮ ਕਰਨ ਲੱਗ ਪਏ, ਤਾਂ ਸੁਪਰੀਮ ਕੋਰਟ ਦਾ ਇਹ ਵੀ ਕਹਿ ਸਕਦਾ ਹੈ ਕਿ ਤੁਸੀਂ ਤਾਂ ਹਾਈ ਕੋਰਟ ਦਾ ਫੈਸਲਾ ਮੰਨੀ ਬੈਠੇ ਹੋ, ਤਾਂ ਸੁਪਰੀਮ ਕੋਰਟ 'ਚ ਆਉਣ ਦੀ ਕੀ ਲੋੜ ਸੀ ਤੁਹਾਨੂੰ? ਦੇਖੋ, ਮੈਂ ਪਹਿਲਾਂ ਵੀ ਕਿਹਾ ਬਈ ਇਹ ਟਿੱਪਣੀਆਂ ਜਾਂ ਆਬਜ਼ਰਵੇਸ਼ਨਾਂ ਨੇ ਜੋ ਹਾਈ ਕੋਰਟ ਦੀਆਂ ਜੀ, ਇਹਨਾਂ ਦੇ ਆਧਾਰ ਤੇ ਜਿਹੜਾ ਇਹ ਇਨਵੈਸਟੀਗੇਸ਼ਨ ਕੁਐਸ਼ ਕਰਤੀ, ਹਾਂਜੀ, ਇਹ ਨੋ ਡਾਊਟ ਚੈਲੰਜ ਕੀਤਾ ਹੈ ਡਿਵੀਜ਼ਨ ਬੈਂਚ ਕੋਲੇ। ਸਰਕਾਰ ਨੂੰ ਮੇਰੇ ਵਿਊ ਦੇ ਵਿੱਚ ਜੇ ਛੇਤੀ ਲੋਕਾਂ ਨੂੰ ਇਨਸਾਫ ਅਜੇ ਵੀ ਦੇਣਾ ਚਾਹੁੰਦੀ ਹੈ ਤਾਂ ਜਿਹੜਾ ਹਾਈ ਕੋਰਟ ਦਾ ਪ੍ਰੋਸੈਸ ਹੈ ਇਹਦੇ ਵਿੱਚ ਨੋ ਡਾਊਟ ਹੁਣ COVID-19 ਕਰਕੇ ਥੋੜਾ ਲਿਮਟਡ ਹੀਅਰਿੰਗ ਹੋ ਰਹੀ ਹੈ। ਮੋਸਟ ਐਕਸਟ੍ਰੀਮ ਅਰਜੈਂਟ ਕੇਸਿਸ ਡਿਲੇ ਹੋ ਸਕਦਾ ਹੈ, ਇਹ ਮੋਸਟ ਐਕਸਟ੍ਰੀਮ ਅਰਜੈਂਟ ਕੇਸਿਸ ਹੈ, ਨੋ ਡਾਊਟ। ਇਹਦੇ ਵਿੱਚ ਇੱਥੇ ਡਿਵੀਜ਼ਨ ਬੈਂਚ ਦੇ ਜਿਹੜੀ LPA ਪਾ ਕੇ, ਕਿਉਂਕਿ ਰਿਟ ਜੁਡੀਕਸ਼ਨ ਦਾ ਉਹ ਫੈਸਲਾ ਹੈ, ਤੇ ਇਹਦਾ ਆਪਰੇਸ਼ਨ ਸਟੇ ਹੋਵੇ, ਨੋਟਿਸ ਹੋਵੇ 1 ਮੰਥ ਦਾ। ਅੱਜ ਕੱਲ ਦਸਤੀ ਨੋਟਿਸ ਹੋ ਜਾਂਦੇ ਨੇ ਈਮੇਲਾਂ ਰਾਹੀਂ। LPA ਕਿੱਥੇ ਪਾ ਕੇ? ਇੱਥੇ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਜਾਇਆ ਜਾਵੇ, ਸੁਪਰੀਮ ਕੋਰਟ ਦਾ ਰੁਖ ਨਾ ਕੀਤਾ ਜਾਵੇ। ਸੁਪਰੀਮ ਕੋਰਟ ਜਾਣ ਦਾ ਸਰਕਾਰ ਗੱਲਾਂ ਕਰ ਰਹੀ ਹੈ। ਸੁਪਰੀਮ ਕੋਰਟ ਦੇ ਵਿੱਚ ਵੀ COVID-19 ਕਰਕੇ ਬਹੁਤ ਸਮੱਸਿਆਵਾਂ ਨੇ, ਉੱਥੇ ਜ਼ਿਆਦਾ ਨੇ। ਪਹਿਲਾਂ ਤਾਂ ਉੱਥੇ ਜਿਹੜਾ ਕੇਸ ਹੈ ਉਹ ਲਿਸਟ ਹੀ ਨਹੀਂ ਹੋਣਾ, 15 ਡੇ 1 ਮੰਥ ਲੱਗ ਜਾਂਦਾ ਲਿਸਟ ਹੁੰਦਾ। ਜੇ ਅਰਜੈਂਟ ਮੈਂਸ਼ਨਿੰਗ ਵੀ ਹੋਵੇ ਤਦ ਵੀ ਜਿਹੜਾ ਹੈਗਾ ਉੱਥੇ ਨੋਟਿਸ 3-4 ਮਹੀਨੇ ਆਉਂਦਾ, ਕਿਉਂਕਿ ਬਹੁਤ ਦੂਰ ਸਟੇਟਾਂ ਦੇ ਵਿੱਚ ਜਾਣਾ ਹੁੰਦਾ, ਪ੍ਰੋਸੈਸ ਦੇ ਥਰੂ ਜਾਣਾ ਹੁੰਦਾ, ਤੇ ਜੇ ਇੱਕ ਵੀ ਰਿਸਪੋਂਡੈਂਟ ਅਵੇਲੇਬਲ ਨਾ ਹੋਇਆ, 3 ਮਹੀਨਿਆਂ ਦੀ ਪਹਿਲਾਂ ਡੇਟ, 3 ਮਹੀਨਿਆਂ ਦੀ 6 ਮਹੀਨਿਆਂ ਦੀ ਡੇਟ, ਤੇ ਉਸ ਤੋਂ ਬਾਅਦ ਡਿਸੀਜਨ ਕਿੱਥੇ ਜਾਂਦਾ, ਕਦੋਂ ਉਹ ਇੰਪਲੀਮੈਂਟ ਹੁੰਦਾ। ਇਹਦੀ ਬਜਾਏ ਸਰਕਾਰ ਹੈ ਜਿਹੜਾ ਚਾਹੀਦਾ ਤਾਂ ਇਹ ਹੈ ਵੀ ਕੰਪਲਾਈ ਹਾਲੇ ਨਾ ਕਰੇ,
ਕਿਉਂਕਿ ਸਿੱਟ ਜਿਹੜੀ ਹੈ ਨਵੀਂ ਬਣ ਗਈ ਤਾਂ ਕੋਰਟ ਨੂੰ ਇਹ ਵੀ ਕਹਿਣਾ ਸੌਖਾ ਹੋ ਜਾਂਦਾ ਵੀ ਯੂ ਹੈਵ ਆਲਰੇਡੀ ਕੰਪਲਾਈਡ, ਹੁਣ ਬਚ ਕੀ ਗਿਆ, ਰਹਿ ਕੀ ਗਿਆ, ਹੁਣ ਯੂ ਹੈਵ ਆਲਰੇਡੀ ਕੰਪਲਾਈਡ, ਤੁਸੀਂ ਮੋਨੀਟਰ ਕਰੋ, ਨਵੀਂ ਸਿੱਟ ਨੂੰ ਕਹੋ ਵੀ ਜਲਦੀ ਕਰੋ। ਪਰ ਨਵੀਂ ਸਿੱਟ ਦਾ ਗੱਲ ਇਹ ਹੈ ਵੀ ਵਿਦਨ 6 ਮੰਥ ਨੋ ਡਾਊਟ ਵੀ ਡਾਇਰੈਕਸ਼ਨਾਂ ਦਿੱਤੀਆਂ ਨੇ ਹਾਈ ਕੋਰਟ ਦੀਆਂ ਵੀ ਇਨਵੈਸਟੀਗੇਸ਼ਨ ਕੰਪਲੀਟ ਹੋਵੇ। ਪਰ ਅਕਸਰ ਦੇਖਿਆ ਗਿਆ ਜਦੋਂ ਵੀ ਡਾਇਰੈਕਸ਼ਨਾਂ ਹੁੰਦੀਆਂ ਨੇ 6 ਮੰਥ ਦੀਆਂ ਤਾਂ ਇਹਦੇ ਵਿੱਚ ਤਾਂ ਖਿੰਡਿਆ ਪਿਆ ਕੰਮ। ਦੇਖੋ ਪਹਿਲੀ FIR 'ਚ ਸਟੇਟਮੈਂਟਾਂ, ਜਸਟਿਸ ਜੋਰਾ ਸਿੰਘ ਕੋਲ ਸਟੇਟਮੈਂਟਾਂ, ਜਸਟਿਸ ਰਣਜੀਤ ਕੋਲ ਸਟੇਟਮੈਂਟਾਂ, ਫਿਰ ਵਿਜੇ ਪ੍ਰਤਾਪ ਸਿੰਘ ਸਟੇਟਮੈਂਟਾਂ, ਤੇ ਫਿਰ ਇੱਕ ਨਵੀਂ ਸਿੱਟ ਆ ਜੀ ਉਹਦੇ ਕੋਲੇ ਸਟੇਟਮੈਂਟਾਂ। ਕੇਸ ਤਾਂ ਕਮਜ਼ੋਰ ਹੋ ਗਿਆ ਕਿਉਂਕਿ ਅਗਲਾ ਜਿਹੜੇ ਵੀ ਕੋਈ ਬਣਨਗੇ ਉਹਨਾਂ ਦਾ ਵਕੀਲ ਕਹੂ ਵੀ ਉੱਥੇ ਤਾਂ ਤੂੰ ਐਂ ਕਹਿੰਦਾ ਸੀ, ਹੁਣ ਇੱਥੇ ਐਂ ਕਹਿ ਰਿਹਾ, ਕੇਸ ਤਾਂ ਡਾਊਟਫੁਲ ਹੋ ਗਿਆ, ਬੈਨੀਫਿਟ ਆਫ ਡਾਊਟ ਮੁਲਜ਼ਮਾਂ ਨੂੰ ਕੇਸ ਤਾਂ ਨੋ ਡਾਊਟ ਇਹਨਾਂ ਨੇ ਖਰਾਬ ਕਰਤਾ, ਬਹੁਤ ਕਮਜ਼ੋਰ ਕਰ ਲਿਆ ਕੇਸ ਤਾਂ, ਕਮਜ਼ੋਰ ਕਰਤਾ। ਦੂਜਾ ਉੱਪਰ ਹਾਈ ਕੋਰਟ ਦੀਆਂ ਫਾਈਂਡਿੰਗਾਂ ਖੜੀਆਂ ਨੇ ਜਿਹੜੀਆਂ ਆਬਜ਼ਰਵੇਸ਼ਨਾਂ ਨੇ ਵੀ ਇਹ ਮਲੀਸ਼ੀਅਸ ਇਨਵੈਸਟੀਗੇਸ਼ਨ ਹੈ, ਟੈਂਟਡ ਹੈ ਜਾਂ ਮੈਲਾਫਾਈਡ ਹੈਗੇ ਆ, ਪੋਲੀਟੀਕਲ ਮੋਟੀਵੇਸ਼ਨ ਨਾਲ ਚੱਲੀ ਹੈ। ਤੇ ਕਿਉਂਕਿ 2019 ਤੋਂ ਲੈ ਕੇ ਤੁਸੀਂ ਡਰੈਗ ਕਰਕੇ ਸਿਰਫ ਇਲੈਕਸ਼ਨਾਂ ਦੇ ਨੇੜੇ ਲਿਆ ਰਹੇ ਹੋ ਤਾਂ ਖੋਲੋਗੇ ਉਹ ਲਾਸਟ ਤੁਹਾਡੇ ਜਿਹੜਾ ਜੰਤਰ ਮੰਤਰ ਕਰਨਾ ਚਾਹੁੰਦੇ ਹੋ। ਤੇ ਇਸ ਕਰਕੇ ਜਿਹੜਾ ਕੋਰਟ ਨੇ ਇਹਦੇ ਵਿੱਚ ਇੰਟਰਫੀਅਰ ਕੀਤਾ, ਰੇਅਰ ਹੀ ਇਨਵੈਸਟੀਗੇਸ਼ਨ 'ਚ ਇੰਟਰਫੀਅਰ ਨਹੀਂ ਕਰਦੀ ਹਾਈ ਕੋਰਟ, ਇਸੇ ਕਰਕੇ ਡਿਬੇਟੇਬਲ ਹੈ। ਜਿਹੜਾ ਸਰਕਾਰ ਲਈ ਬਿਹਤਰ ਇਹੀ ਹੈ ਵੀ LPA ਪਾਵੇ, ਪਰ ਜੇ ਸਰਕਾਰ ਅਜੇ ਵੀ ਪ੍ਰਲੋਂਗ ਕਰਨਾ ਚਾਹੁੰਦੀ ਤਾਂ ਸੁਪਰੀਮ ਕੋਰਟ ਚੱਲ ਜੇ। ਜੀ ਬਿਲਕੁਲ, ਹਾੜੀ ਤੋਂ ਸੌਣੀ ਤੇ ਸੌਣੀ ਤੋਂ ਹਾੜੀ, ਬਸ ਇੱਥੋਂ ਤੱਕ ਹੀ ਕੈਪਟਨ ਸਰਕਾਰ ਰਹਿ ਗਈ ਆ ਹੁਣ, ਜਿਹੜਾ ਸਮਾਂ ਰਹਿ ਗਿਆ ਸਰਕਾਰ ਕੋਲ। ਤੇ ਸੁਪਰੀਮ ਕੋਰਟ 'ਚ ਜਾਂਦੇ ਨੇ ਤਾਂ ਹਾੜੀ ਤੋਂ ਸੌਣੀ ਤੇ ਸੌਣੀ ਤੋਂ ਹਾੜੀ ਆਉਣ ਲੱਗਿਆ, ਸਮਾਂ ਨਹੀਂ ਲੱਗਣਾ ਹੈਗਾ, ਸਮਾਂ ਬਿਲਕੁਲ ਘੱਟ ਹੈ ਸਰਕਾਰ ਕੋਲ। ਤੇ ਸਰਕਾਰ ਨੇ ਜੇਕਰ ਸਿਆਸੀ ਮਨਸ਼ਾ ਇਸ ਸਿੱਟ ਦੀ ਜਿਹੜੀ ਫਾਰਮੇਸ਼ਨ ਹੈ ਇਹਨੂੰ ਜਦੋਂ ਗਠਿਤ ਕੀਤਾ ਗਿਆ ਸੀ 2-3 ਸਾਲ ਪਹਿਲਾਂ ਅੱਜ ਤੋਂ, ਉਦੋਂ ਰੱਖੀ ਹੈ ਤਾਂ ਉਹਦਾ ਖਾਮਿਆਜਾ ਵੀ ਹੁਣ ਇਸੇ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਪਰ ਕੁੱਲ ਮਿਲਾ ਕੇ ਜੋ ਨੁਕਸਾਨ ਹੈ ਉਹ ਇਨਸਾਫ ਦਾ ਹੋਇਆ। ਇਨਸਾਫ ਨਾ ਮਿਲਣ ਦੇ ਤੌਰ ਦੇ ਉੱਤੇ ਉਹਨਾਂ ਲੱਖਾਂ ਹਜ਼ਾਰਾਂ ਨਾਨਕ ਨਾਮ ਲੇਵਾ ਸੰਗਤਾਂ ਦਾ ਹੋਇਆ ਹੈ, ਜਾਂ ਉਹਨਾਂ ਅਮਨ ਪਸੰਦ ਸ਼ਹਿਰੀਆਂ ਦਾ ਹੋਇਆ ਹੈ ਜਿਨ੍ਹਾਂ ਨੇ ਪਿਛਲੇ 4-5 ਸਾਲ ਜਿਹੜੇ ਨੇ ਜਾਂ 2015 ਤੋਂ ਬਾਅਦ ਦਾ ਘਟਨਾਕ੍ਰਮ ਜਿਹੜਾ ਹੈਗਾ ਆਪਣੇ ਪਿੰਡੇ ਤੇ ਹੰਢਾਇਆ। ਸਟੇਟ ਦੀ ਜਿਹੜੀ ਵਿਕਾਸ ਦਰ ਹੈ ਜਿਹੜੀ ਉਹ ਇੱਕ ਪਾਸੇ ਲਮਕ ਕੇ ਰਹਿ ਗਈ ਹੈ। ਮੁੱਖ ਮੁੱਦੇ ਸਟੇਟ ਦੇ ਜਿਹੜੇ ਨੇ ਗੁਰਬਤ ਦਾ ਮੁੱਦਾ ਹੈ, ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਹੈ, ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਮੁੱਦਾ ਹੈ, ਨਸ਼ਿਆਂ ਦਾ ਮੁੱਦਾ ਹੈ, ਜਾਂ ਕਿੰਨੇ ਹੀ ਹੋਰ ਮੁੱਦੇ ਸਟੇਟ ਦੇ ਨੇ ਜਿਹੜੇ ਇਸ ਘੁੰਮਣ ਘੇਰੀ 'ਚ ਹੀ ਜਿਹੜਾ ਫਸ ਕੇ ਰਹਿ ਗਏ ਨੇ। ਤੇ ਸਰਕਾਰ ਜਿਹੜੀ ਅਕਸਰ ਲਿਵਰੇਜ ਆਕਸੀਜਨ ਲੈਂਦੀ ਰਹੀ ਹੈ ਬਹਾਨਾ ਬਣਾ ਕੇ ਕਿ ਅਸੀਂ ਜਾਂਚ ਕਰ ਰਹੇ ਹਾਂ ਬੇਅਦਬੀਆਂ ਦੀ, ਅਸੀਂ ਜਾਂਚ ਕਰ ਰਹੇ ਹਾਂ ਗੋਲੀ ਕਾਂਡਾਂ ਦੀ, ਤੇ ਕੁੱਲ ਮਿਲਾ ਕੇ ਜਿਹੜਾ ਨਤੀਜਾ ਹੈ ਇਸ ਪਾਸੇ ਵੀ ਕੱਖ ਨਹੀਂ ਨਿਕਲਿਆ। ਸੋ ਕੁੱਲ ਮਿਲਾ ਕੇ ਜਿਹੜੀ ਨਿਬੜਦੀ ਗੱਲ ਇਹ ਕਹਿਣੀ ਬਣਦੀ ਹੈ ਕਿ ਸਰਕਾਰ ਜੇ ਹੁਣ ਵੀ ਸੁਰਤ ਸੰਭਾਲ ਲਵੇ, ਚੱਜ ਦੇ ਸਿਆਣੇ ਵਕੀਲਾਂ ਦੀ ਸਲਾਹ ਲੈ ਕੇ ਅਗਲਾ ਜਿਹੜਾ ਪੈਂਡਾ ਹੈ ਆਪਣਾ ਜਿੰਨਾ ਕੁ ਵੀ ਰਹਿ ਗਿਆ 8-10 ਮਹੀਨਿਆਂ ਦਾ, ਉਸ 'ਚ ਜਿਹੜਾ ਹੈਗਾ ਸਮਾਂ ਸੰਭਾਲਦੇ ਹੋਏ, ਸਮਾਂ ਵਿਚਾਰਦੇ ਹੋਏ, ਸਹੀ ਕਦਮ ਚੁੱਕਦੇ ਹੋਏ ਇਨਸਾਫ ਦੇ ਵੱਲ ਨੂੰ ਥੋੜ੍ਹਾ ਜਿਹਾ ਹੋਰ ਸਰਕ ਲਵੇ ਸਰਕਾਰ, ਤਾਂ ਇਹੀ ਸਰਕਾਰ ਦੀ ਪ੍ਰਾਪਤੀ ਹੋ ਸਕਦੀ ਹੈ। ਅਸੀਂ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਉਹਨਾਂ ਨਾਲ ਇਹ ਗੱਲਬਾਤ ਕੀਤੀ ਹੈ। ਜੋਸ਼ੀ ਸਾਹਿਬ ਨੇ ਬਹੁਤ ਹੀ ਵਿਸਥਾਰ ਦੇ ਵਿੱਚ ਜਿਹੜਾ ਹੈਗਾ ਅੰਦਰ ਤੇ ਬਾਹਰ ਇਸ ਜੱਜਮੈਂਟ ਦੇ ਕੀ ਹੈ ਤੇ ਇਸ ਜੱਜਮੈਂਟ ਦੇ ਜਿਹੜੇ ਨੇ ਪ੍ਰਭਾਵ ਜਿਹੜੇ ਨੇ ਸਾਡੇ ਉੱਤੇ, ਸਾਡੀ ਰਾਜਨੀਤੀ ਦੇ ਉੱਤੇ ਕੀ ਪੈਣ ਵਾਲੇ ਨੇ, ਤੇ ਜਾਂ ਫਿਰ ਕਾਨੂੰਨੀ ਤੌਰ ਦੇ ਉੱਤੇ ਅੱਗੇ ਇਹ ਕੇਸ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਸੰਭਾਲਣਾ ਚਾਹੀਦਾ ਹੈ, ਇਸ ਤੇ ਬੜੀ ਰੌਸ਼ਨੀ ਪਾਈ ਹੈ। ਤੁਹਾਡੇ ਹੁੰਗਾਰੇ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਜੋ ਤੁਸੀਂ ਹਮੇਸ਼ਾ ਭਰਦੇ ਵੀ ਰਹਿੰਦੇ ਹੋ ਤੇ ਭਰਦੇ ਰਹੋਗੇ ਵੀ ਸਾਨੂੰ ਪੂਰੀ ਉਮੀਦ ਹੈ। ਬਹੁਤ ਸ਼ੁਕਰੀਆ ਜੋਸ਼ੀ ਸਾਹਿਬ। ਸਤਿ ਸ਼੍ਰੀ ਅਕਾਲ ਜੀ।